ਸੀਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ। ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਅੱਜ ਆਪਾਂ ਲੈ ਕੇ ਅਗਲੀ ਵੀਡੀਓ। ਕੱਲ੍ਹ ਆਪਾਂ 10 MCQ ਕੀਤੇ ਸੀ ਵੀਡੀਓ ਦੇ ਵਿੱਚ। ਅੱਜ ਆਪਾਂ 10 MCQ ਐਕਸਟਰਾ ਹੋਰ ਕਰ ਰਹੇ ਹਾਂ ਅਤੇ ਸਾਰੀ ਕੰਟੈਂਟ ਨੇ ਵੀਡੀਓ ਧਿਆਨ ਨਾਲ ਲਾ ਲੈਣੀ ਹੈ। ਠੀਕ ਹੈ ਜੀ। ਇਹ MCQ ਵੀ ਆਪਾਂ ਪੂਰੀ ਡਿਟੇਲ ਦੇ ਵਿੱਚ ਪਿਛਲੇ MCQ ਵਾਂਗੂ ਕਰਾਂਗੇ ਕਿ ਕਿਸੇ ਚੀਜ਼ ਦੀ ਆਪਾਂ ਨੂੰ ਕਿਸੇ ਵੀ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਨਾ ਆਵੇ। ਓਕੇ ਜੀ। ਹੁਣ ਦੇਖੋ ਰਾਜੇ, ਹੁਣ ਆਪਾਂ ਕੀ ਗੱਲ ਕਰਨੀ ਹੈ। ਹੁਣ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਜੇ ਕਿਸੇ ਕੈਂਡੀਡੇਟ ਨੇ ਆਪਣਾ ਬੈਚ ਲੈਣਾ ਗਾ, ਉਹ ਆਪਣੀ ਐਪ ਹੈਗੀ ਦੀਪ ਭੁੱਲਰ ਐਜੂਕੇਸ਼ਨ ਵਾਲਾ। ਅਤੇ ਜੇ ਕਿਸੇ ਕੈਂਡੀਡੇਟ ਨੇ, ਠੀਕ ਹੈ ਜੀ, ਦੀਪ ਭੁੱਲਰ ਐਜੂਕੇਸ਼ਨ ਵਾਲਾ, ਦੇਖੋ ਦੀਪ ਭੁੱਲਰ ਐਜੂਕੇਸ਼ਨ ਅਰਾ, ਇਹ ਆਪਣੀ ਰਾਜੇ ਐਪ ਆ। ਬਾਕੀ ਆਪਣੀ ਐਪ ਆਈਫੋਨ ਵਾਲੇ ਬੱਚਿਆਂ ਨੇ ਡਾਊਨਲੋਡ ਕਰ ਲੈਣੀ ਕਲਾਸ ਪਲੱਸ, ਅਤੇ ORG ਕੋਡ ਫਿਲ ਕਰਨਾ XX RAM। ਅਤੇ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੁੰਦੀ 7814485915 ਮੈਨੂੰ ਕਾਲ ਵੀ ਕਰਕੇ ਪੁੱਛ ਸਕਦੇ ਹੋ। ਠੀਕ ਹੈ ਜੀ। ਅਤੇ ਚਲੋ ਰਾਜੇ, ਅੱਜ ਆਪਾਂ ਕੱਲ੍ਹ 10 MCQ ਆਪਾਂ ਕਰ ਲਏ ਸੀ। ਇਸ ਤੋਂ ਬਾਅਦ ਅੱਜ ਆਪਾਂ ਅਗਲੇ 10 MCQ ਦੀ ਗੱਲ ਕਰਦੇ ਹਾਂ, ਕਿਉਂਕਿ ਕੱਲ੍ਹ ਵਾਲੇ MCQ ਮੈਨੂੰ ਲੱਗੇ ਥੋੜ੍ਹੇ ਜਿਹੇ ਟਫ ਹੈ ਬੱਚਿਆਂ ਵਾਸਤੇ। ਠੀਕ ਹੈ ਜੀ। ਥੋੜ੍ਹੇ ਮੋਟੇ ਟਫ ਤਾਂ ਆਪਾਂ ਨੂੰ ਕਰਨੇ ਪੈਣਗੇ। ਨੌਕਰੀ ਸਰਕਾਰੀ ਲੈਣੀ ਹੈ, ਪ੍ਰਾਈਵੇਟ ਵੀ ਨਹੀਂ। ਠੀਕ ਹੈ ਜੀ। ਤਾਂ ਕਰਕੇ ਥੋੜ੍ਹੀਆਂ ਜਿੰਨੀਆਂ ਵੀ ਚੀਜ਼ਾਂ ਮੈਂ ਤੁਹਾਨੂੰ ਦੱਸੀ ਜਾਂਦਾ ਗਾ, ਇਹਨਾਂ ਡਿਟੇਲ ਦੇ ਵਿੱਚ ਕਰੀ ਚਲੋ ਤਾਂ ਵਧੀਆ ਰਹੋਗੇ। ਠੀਕ ਹੈ ਜੀ। ਤਾਂ ਹੁਣ ਤਾਂ ਕਰਕੇ ਤੁਹਾਨੂੰ ਕਹਿਣਾ ਹੁੰਦਾ ਕਿ ਚੰਗੀ ਜਿਹੜੀ ਵੀ ਚੀਜ਼ ਮੈਂ ਕਰਵਾਤੀ, ਠੀਕ ਹੈ, ਇਹਦਾ PDF ਤੁਹਾਨੂੰ ਮੈਂ ਟੈਲੀਗ੍ਰਾਮ ਦੇ ਵਿੱਚ ਪ੍ਰੋਵਾਈਡ ਕਰਵਾ ਦੂੰਗਾ। ਟੈਲੀਗ੍ਰਾਮ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਉਹ ਜਦੋਂ PDF ਵੀ ਮਿਲ ਜੂਗਾ। ਜੇ ਆਪਦੇ ਨੋਟਸ ਬਣਾਉਣੇ ਤਾਂ ਆਪਦੇ ਨੋਟਸ ਵੀ ਤੁਸੀਂ ਇਹਦੇ 'ਤੇ ਬਣਾ ਸਕਦੇ ਹੋ। ਠੀਕ ਹੈ ਜੀ। ਆਪਦੇ ਨੋਟਸ ਵੀ ਤੁਸੀਂ ਇਹਦੇ 'ਤੇ ਬਣਾ ਸਕਦੇ ਹੋ। ਚਲੋ ਹੁਣ ਚੱਲਦੇ ਹਾਂ ਆਪਾਂ ਅੱਜ ਦੇ ਪਹਿਲੇ ਪ੍ਰਸ਼ਨ 'ਤੇ। ਪਹਿਲੇ ਪ੍ਰਸ਼ਨ ਦੇ ਵਿੱਚ ਕਾਹਦੀ ਗੱਲ ਕਰ ਰਹੇ ਨੇ, ਦੱਸੋ ਜੀ। ਹੁਣ ਤੁਸੀਂ ਆਪਦਾ ਦਿਮਾਗ ਵੀ ਲਾਓ ਮਾੜਾ ਮੋਟਾ। ਅਤੇ ਚਲੋ, ਵੇਅਰ ਵਾਜ਼ ਦਾ ਵਾਰਡ ਇਜ਼ ਦ ਲਾਰਜੈਸਟ ਮੋਨੋਲਿਥਿਕ ਸਟੈਚੂ ਆਫ ਦਾ ਬੁੱਧਾ ਹੈਜ਼ ਬੀਨ ਇੰਸਟਾਲਡ। ਕੀ ਕਹਿ ਰਹੇ ਨੇ, ਕਹਿੰਦੇ ਬੁੱਧ ਦੀ ਦੁਨੀਆ, ਠੀਕ ਹੈ ਜੀ, ਵਿੱਚ ਸਭ ਤੋਂ ਮੋਨੋਲਿਥਿਕ ਮੂਰਤੀ ਕਿੱਥੇ ਸਥਾਪਿਤ ਕੀਤੀ ਗਈ ਹੈ, ਬੁੱਧ ਧਰਮ ਦੀ। ਠੀਕ ਹੈ ਜੀ। ਸਭ ਤੋਂ ਵੱਡੀ ਮੂਰਤੀ ਕਿੱਥੇ ਸਥਾਪਿਤ ਕੀਤੀ ਗਈ ਹੈ, ਕਿਹਦੀ, ਬੁੱਧ ਦੀ, ਮਹਾਤਮਾ ਬੁੱਧ ਜੀ ਦੀ। ਤਾਂ ਇਹ ਕਰੀ ਗਈ ਹੈ ਬੱਚੋ ਬਰਮੀਅਨ, ਹੈਦਰਾਬਾਦ, ਕੰਡੀ ਕਿ ਲਹਾਸਾ। ਤਾਂ ਇਹ ਕੀਤੀ ਗਈ ਹੈ ਰਾਜੇ ਬਰਮੀਆਨ ਦੇ ਵਿੱਚ। ਠੀਕ ਹੈ ਜੀ। ਉਦੋਂ 6ਵੀਂ ਸਦੀ ਦੇ ਵਿੱਚ ਸਨ ਅਤੇ ਯਾਦਗਾਰੀ ਮੂਰਤੀਆਂ ਬਣਾਈਆਂ ਗਈਆਂ ਸੀ। ਵੈਸੇ ਤੁਹਾਨੂੰ ਪਤਾ ਕਿ ਜਿਹੜੇ ਬੁੱਧ ਧਰਮ ਸੀ, ਇਹਨਾਂ ਨੇ ਕਿਹਾ ਸੀ ਕਿ ਭਾਈ ਸਾਨੂੰ ਇਹ ਚੀਜ਼ਾਂ ਦੇ ਵਿੱਚ ਕੋਈ ਇੰਟਰਸਟ ਨਹੀਂ, ਅਸੀਂ ਇਹ ਚੀਜ਼ਾਂ ਨਹੀਂ ਮੰਨਦੇ। ਠੀਕ ਹੈ ਜੀ। ਕਿ ਸਾਨੂੰ ਮਤਲਬ ਮੂਰਤੀ ਪੂਜਾ ਦੇ ਵਿੱਚ ਵਿਸ਼ਵਾਸ ਨਹੀਂ ਹੈਗਾ, ਪਰ ਫਿਰ ਵੀ ਬਣਾਤੀਆਂ, ਕਿਉਂਕਿ ਜੇ ਮੂਰਤੀਆਂ ਨਾ ਬਣਾਉਂਦਾ ਜਿਸ ਸਮੇਂ ਜੇ ਧਰਮ ਵੀ ਖਤਮ ਹੋ ਜਾਂਦਾ ਸੀ, ਨਹੀਂ ਪਤਾ ਲੱਗਣਾ ਸੀ ਕਿ ਕੌਣ ਬੁੱਧ ਸੀ ਕੌਣ ਜੈਨ ਸੀ। ਠੀਕ ਹੈ ਜੀ। ਤਾਂ ਕਰਕੇ ਇਹ ਗੱਲ ਧਿਆਨ ਨਾਲ ਰੱਖਣੀ ਹੈਗੀ। ਇਹ ਜਿਹੜੀ ਰਾਜੇ ਇਹ ਬੇਮੀਆਨ ਆ ਗਏ, ਕਿਹੜੇ ਪਾਸੇ ਰਹਿ ਗਿਆ। ਠੀਕ ਹੈ ਜੀ। ਇਹ ਰਾਜੇ ਇੱਕ, ਠੀਕ ਹੈ ਜੀ, ਅਫਗਾਨਿਸਤਾਨ ਦਾ ਖੇਤਰ ਹੈਗਾ। ਠੀਕ ਹੈ ਜੀ। ਅਫਗਾਨਿਸਤਾਨ ਦਾ ਖੇਤਰ ਹੈ ਜਿੱਥੇ ਡਾਇਨਾਮਾਈਟ ਮਿਲਦੇ ਸੀ, ਠੀਕ ਹੈ ਜੀ। ਉੱਥੇ ਇਹ ਇੱਕ ਬਣਾਈ ਗਈ ਹੈ। 2001 ਦੇ ਵਿੱਚ ਤਾਲੀਬਾਨਾਂ ਨੇ ਇਹਨੂੰ ਤਬਾਹ ਕਰਤਾ ਸੀ। 2001 ਦੇ ਵਿੱਚ ਤਾਲੀਬਾਨ ਨੇ ਇਹ ਜਿਹੜੇ ਬਣੇ ਹੋਏ ਸੀ ਸਾਰਾ ਸਿਸਟਮ, ਇਹਨੂੰ ਤਬਾਹ ਕਰਤਾ ਸੀ। ਠੀਕ ਹੈ ਜੀ। ਅਤੇ ਬਾਅਦ ਵਿੱਚ ਕੀ ਹੋਇਆ, ਉਹਨਾਂ ਦਾ ਇੱਕ ਨੇਤਾ ਸੀ ਮੁੱਲਾ ਮੁਹੰਮਦ ਉਮਰ। ਉਹਦੇ ਆਦੇਸ਼ਾਂ ਤੋਂ ਬਾਅਦ ਤਾਲੀਬਾਨ ਸਰਕਾਰ ਨੇ ਦੁਬਾਰਾ ਘੋਸ਼ਣਾ ਕਰਤੀ ਕਿ ਮੂਰਤੀਆਂ ਬਣਾਈਆਂ ਜਾਣ। ਠੀਕ ਹੈ ਜੀ। ਅਤੇ ਦੁਬਾਰਾ 8 ਸਤੰਬਰ 2008 ਦੇ ਵਿੱਚ ਦੁਬਾਰਾ ਖੋਜ ਕੀਤੀ ਗਈ ਹੈ। ਹੁਣ ਬਸ ਤੁਸੀਂ ਸਿਰਫ ਬੇਮੀਅਨ ਯਾਦ ਰੱਖਣਾ ਕਿ ਕਿੱਥੇ ਸੀ, ਅਫਗਾਨਿਸਤਾਨ ਦੇ ਇੱਕ ਖੇਤਰ ਵਿੱਚ ਸੀ। ਓਕੇ ਜੀ। A ਨੰਬਰ ਆਪਸ਼ਨ ਦਾ ਆਨਸਰ ਹੈ। ਹੁਣ ਆਹ ਪ੍ਰਸ਼ਨ ਆ ਗਿਆ, ਕਹਿੰਦੇ ਦਾ ਹੜੱਪਾ ਸਿਵਲਾਈਜੇਸ਼ਨ ਵਾਜ ਡਿਸਕਵਰ ਇਨ ਦਾ ਈਅਰ। ਹੜੱਪਾ ਸੱਭਿਅਤਾ ਨੂੰ ਕਿਸ ਸਾਲ ਖੋਜਿਆ ਗਿਆ ਹੈਗਾ। ਦੇਖੋ ਰਾਜੇ, ਇਹਦੇ ਵਿੱਚ ਦੇਖੋ ਇਹ 'ਚ ਇੱਕ ਥੋੜ੍ਹਾ ਜਿਹਾ ਇੱਕ ਪ੍ਰਸ਼ਨ ਕਨਫਿਊਜ਼ ਆ ਗਿਆ। ਕਨਫਿਊਜ਼ ਵਾਲਾ ਕਿਵੇਂ ਆ ਗਿਆ, ਤੁਹਾਨੂੰ ਮੈਂ ਬਹੁਤ ਵਾਰੀ ਕਰਵਾਇਆ ਹੋਇਆ ਕਿ ਜਿਹੜੀ ਹੜੱਪਾ ਸੱਭਿਅਤਾ ਦੀ ਖੋਜ ਹੈ 1921 ਦੇ ਵਿੱਚ ਕੀਤੀ ਗਈ ਹੈ ਦਿਆਰਾਮ ਸਾਮੀ ਦੁਆਰਾ। ਦਿਆਰਾਮ ਸਾਨੀ ਦੁਆਰਾ। ਠੀਕ ਹੈ ਜੀ। ਹੜੱਪਾ ਸੱਭਿਅਤਾ ਦੀ ਖੋਜ ਕੀਤੀ ਗਈ ਸੀ ਕਿਹੜੀ ਨਦੀ 'ਤੇ, ਰਾਵੀ ਨਦੀ ਦੇ ਕਿਨਾਰੇ। ਰਾਵੀ ਨੂੰ ਪਰੂਸ਼ਨੀ ਕਿਹਾ ਜਾਂਦਾ, ਪਰੂਸ਼ਨੀ ਨਦੀ ਗ੍ਰੀਕ ਨੇਮ ਦੇ ਵਿੱਚ। ਠੀਕ ਹੈ ਜੀ। ਦੇਖੋ ਮੈਂ ਤੁਹਾਨੂੰ ਕਰਵਾ ਕੇ ਗਿਆ ਸੀ ਰਾਵੀ ਕਿਦੋਂ ਖੋਜ ਕਰੀ ਗਈ ਸੀ, 1921 ਦੇ ਵਿੱਚ। 1921 ਦਾ ਇੱਥੇ ਕਿਤੇ ਆਪਸ਼ਨ ਦੇ ਵਿੱਚ ਨਹੀਂ ਹੈਗਾ ਨਾ, ਤਾਂ ਫਿਰ ਨਾਲ ਦੀ ਮਿਲਦੀ ਜੁਲਦੀ ਆਪਸ਼ਨ ਲਾ ਦਿਆ ਕਰੋ। ਕਿਉਂਕਿ ਜਿਹੜਾ ਇਤਿਹਾਸ ਆ ਨਾ, ਇਤਿਹਾਸ ਦੇ ਵਿੱਚ ਥੋੜ੍ਹਾ ਜਿਹਾ ਮਿਥਿਹਾਸ ਵੀ ਹੈਗਾ ਗਾ। ਇਤਿਹਾਸ ਦੇ ਅਤੇ ਮਿਥਿਹਾਸ ਕੀ ਹੁੰਦਾ ਗਾ, ਜਿਹੜਾ ਮਿਥਿਆ ਹੋਇਆ ਹੁੰਦਾ। ਇਤਿਹਾਸ ਕੀ ਹੁੰਦਾ, ਜਿਹੜਾ ਬੁੱਕਾਂ ਦੇ ਵਿੱਚ ਮੌਜੂਦ ਆ ਉਹਨੂੰ ਇਤਿਹਾਸ ਕਹਿ ਦਿੰਦੇ। ਜਿਹੜਾ ਆਪਾਂ ਆਪਦੇ ਕੋਲੋਂ ਵਿੱਚ ਥੋੜ੍ਹੀ ਜੋੜਿਆ ਹੋਇਆ ਉਹਨੂੰ ਮਿਥਿਹਾਸ ਕਹਿੰਦੇ। ਮਿਥਿਹਾਸ ਦਾ ਮਤਲਬ ਹੁੰਦਾ ਮਿਥਿਆ ਹੋਇਆ। ਤਾਂ ਕਰਕੇ ਥੋੜ੍ਹੀਆਂ ਜਿਹੀਆਂ ਐਗਜ਼ੈਕਟ ਡੇਟਾ ਕਿਸੇ ਨੂੰ ਵੀ ਯਾਦ ਹੈਗੀ, ਮਾੜਾ ਮੋਟਾ ਹਰੇਕ ਬੁੱਕ ਦੇ ਵਿੱਚ 19-21 ਦਾ ਫਰਕ ਪਾਇਆ ਵਾ ਹੁੰਦਾ ਗਾ। ਜੇ ਸਾਨੂੰ 1921 ਮੈਂ ਤੁਹਾਨੂੰ ਪੜ੍ਹਾਇਆ 1921 ਨਹੀਂ ਹੈਗਾ ਤਾਂ 1922 ਆਨਸਰ ਲਾਇਓ, ਤੁਹਾਡਾ ਆਨਸਰ ਬਿਲਕੁਲ ਸਹੀ ਆ ਜਾਊਗਾ। ਠੀਕ ਹੈ ਜੀ। ਤਾਂ ਹੜੱਪਾ ਸੱਭਿਅਤਾ ਨੂੰ ਇਸ ਸਾਲ ਖੋਜਿਆ ਗਿਆ ਸੀ। ਕਿਹਦੇ ਦੁਆਰਾ ਖੋਜਿਆ ਗਿਆ ਸੀ ਰਾਜੇ, ਦਿਆਰਾਮ ਸਾਨੀ ਦੁਆਰਾ। ਓਕੇ। ਰਾਵੀ ਨਦੀ ਦੇ ਕਿਨਾਰੇ 'ਤੇ ਇਹਨੂੰ ਖੋਜਿਆ ਗਿਆ ਸੀ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ ਜੀ। ਅਤੇ ਹੁਣ ਚੱਲਦੇ ਆਪਾਂ ਆਪਣੇ ਆਪਸ਼ਨ ਡਿਸਕਸ ਕਰਦੇ ਹਾਂ। 1935 ਦੇ ਵਿੱਚ ਕੀ ਆਇਆ ਸੀ, ਗਵਰਨਮੈਂਟ ਆਫ ਇੰਡੀਆ ਐਕਟ, ਜਿਹਦੇ ਵਿੱਚ ਡਿਊਲ ਸ਼ਾਸਨ,
ठीक है जी। ड्यूल शासन से जोड़ा हो एंड करता सी, खत्म करता सी। ठीक है जी, ये गल याद रखनी है। ड्यूल शासन से जोड़ा खत्म करता सी गवर्नमेंट ऑफ इंडिया जो 1935 के आया सी। ते बनाया कितों सी ये आया सी राजे मोंटो चैम्सफोर्ड 1919 एक्ट के तहत डुअल शासन को बनाया गया सी ते गवर्नमेंट ऑफ इंडिया एक्ट द्वारा 1935 द्वारा ड्यूल शासन को बंद किया गया सी। ठीक है जी, ये गल याद रखनी। चैम्सफोर्ड राजे उही है जिहदे समय 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਘਟਨਾ ਹੋਈ ਸੀ। 1920 ਦੇ ਵਿੱਚ ਖਿਲਾਫਤ ਮੂਵਮੈਂਟ ਚੱਲੀ ਸੀ। ਅਲੀ ਬਰਾਦਰ ਦੁਆਰਾ ਖਿਲਾਫਤ ਮੂਵਮੈਂਟ ਚਲਾਈ ਗਈ ਸੀ। ਕਿਹੜੇ ਅਲੀ ਬਰਾਦਰ ਸੀ? ਸ਼ੌਕਤ ਅਲੀ ਅਤੇ ਮੁਹੰਮਦ ਅਲੀ, ਇਹਨਾਂ ਦੁਆਰਾ ਚਲਾਈ ਗਈ ਸੀ। ਅਤੇ 1920 ਦੇ ਵਿੱਚ ਹੀ 1 ਅਗਸਤ 1920 ਨੂੰ ਹੀ ਗਾਂਧੀ ਜੀ ਦੁਆਰਾ ਚਲਾਈ ਗਈ ਸੀ ਨੌਨ ਕਾਰਪੋਰੇਸ਼ਨ ਮੂਵਮੈਂਟ, ਜਿਹਨੂੰ ਆਪਾਂ ਕਹਿੰਦੇ ਹਾਂ ਨਾ ਮਿਲਵਰਤਨ ਅੰਦੋਲਨ। ਅਤੇ 1 ਅਗਸਤ ਨੂੰ ਹੀ ਆਪਣੇ ਬੀ.ਜੀ. ਤਿਲਕ ਜੀ ਦੀ ਡੈਥ ਹੋ ਗਈ ਸੀ। ਬਾਲ ਗੰਗਾਧਰ ਤਿਲਕ ਦੀ ਡੈਥ ਹੋ ਗਈ ਸੀ, ਜਿਨ੍ਹਾਂ ਨੇ ਹੋਮ ਰੂਲ ਲੀਗ ਚਲਾਈ ਸੀ। ਕਿਹਦੇ ਨਾਲ ਰਲ ਕੇ ਚਲਾਈ ਸੀ? ਐਨੀ ਬਸੈਂਟ ਨਾਲ ਰਲ ਕੇ ਚਲਾਈ ਸੀ। 1917 ਦੇ ਵਿੱਚ ਚਲਾਈ ਸੀ। ਅਤੇ ਹੋਮ ਰੂਲ ਨੂੰ ਬਾਲ ਗੰਗਾਧਰ ਤਿਲਕ ਕਿੱਥੋਂ ਲੀਡ ਕਰ ਰਹੇ ਸੀ ਰਾਜੇ? ਪੂਨੇ ਤੋਂ ਲੀਡ ਕਰ ਰਹੇ ਸੀ। ਠੀਕ ਹੈ ਜੀ, ਕਿੱਥੋਂ ਲੀਡ ਕਰ ਰਹੇ ਸੀ? ਪੂਨੇ ਤੋਂ। ਅਤੇ ਐਨੀ ਬਸੈਂਟ ਲੀਡ ਕਰ ਰਹੀ ਸੀ ਮਦਰਾਸ ਤੋਂ। ਓਕੇ, ਤਾਂ ਇਹ ਹੋ ਗਿਆ 1935। ਅਤੇ 1942 ਦੇ ਵਿੱਚ ਕੀ ਚੱਲਿਆ ਸੀ ਰਾਜੇ? ਕਿਊਟ ਇੰਡੀਆ ਮੂਵਮੈਂਟ। ਕਿਊਟ ਇੰਡੀਆ ਮੂਵਮੈਂਟ, ਜਿਹਨੂੰ ਆਪਾਂ ਕਹਿ ਦਿੰਦੇ ਰਾਜੇ ਭਾਰਤ ਛੱਡੋ ਅੰਦੋਲਨ। ਇਹ ਚੱਲਿਆ ਸੀ 1942 ਦੇ ਵਿੱਚ 8 ਅਗਸਤ 1942 ਦੇ ਵਿੱਚ। ਅਤੇ 8 ਅਗਸਤ 1925 ਦੇ ਵਿੱਚ ਕਿਹੜਾ ਕਾਂਡ ਹੋਇਆ ਸੀ? ਕੋਕਰੀ ਕਾਂਡ ਹੋਇਆ ਸੀ, ਜਿਹਦੇ ਵਿੱਚ ਚੱਲਦੀ ਟ੍ਰੇਨ ਦੇ ਵਿੱਚ ਹਥਿਆਰ ਲੁੱਟਣੇ ਸੀ। ਅਤੇ ਰਾਮ ਪ੍ਰਸਾਦ ਬਿਸਮਲ ਇਹਦਾ ਮਾਸਟਰਮਾਈਂਡ ਸੀ। ਠੀਕ ਹੈ ਜੀ। ਅਤੇ 1942 ਦੇ ਵਿੱਚ ਇੱਕ ਹੋਰ ਕੌਣ ਆਇਆ ਸੀ ਰਾਜੇ? 1942 ਦੇ ਵਿੱਚ ਆਇਆ ਸੀ ਕ੍ਰਿਪਸ ਮਿਸ਼ਨ। ਕੌਣ ਲੈ ਕੇ ਆਇਆ ਸੀ ਕ੍ਰਿਪਸ ਮਿਸ਼ਨ? ਸਟੈਫੋਰਡ ਕ੍ਰਿਪਸ। ਠੀਕ ਹੈ ਜੀ। ਇਸ ਤੋਂ ਬਾਅਦ 1901 ਦੇ ਵਿੱਚ ਕੋਈ ਬਾਹਲੀ ਵੱਡੀ ਗੱਲ ਹੈ ਨਹੀਂ। ਠੀਕ ਹੈ ਜੀ। 1899 ਤੋਂ ਲੈ ਕੇ 1905 ਤੱਕ ਲਾਰਡ ਕਰਜ਼ਨ ਦਾ ਸਮਾਂ ਰਿਹਾ ਹੈਗਾ। ਠੀਕ ਹੈ ਜੀ, ਲਾਰਡ ਕਰਜ਼ਨ ਉਹੀ ਜਿਹਦੇ ਸਮੇਂ 1905 ਦੇ ਵਿੱਚ ਬੰਗਾਲ ਦੀ ਵੰਡ ਹੋਈ ਸੀ, ਪਾਰਟੀਸ਼ਨ ਆਫ ਬੰਗਾਲ ਹੋਇਆ ਸੀ। ਅਤੇ 1922 ਦੇ ਵਿੱਚ ਕੀ ਹੋਇਆ ਸੀ ਰਾਜੇ? 1922 ਦੇ ਵਿੱਚ ਚੋਰੀ ਚੋਰਾ ਕਾਂਡ ਹੋਇਆ ਸੀ। 5 ਫਰਵਰੀ 1922 ਨੂੰ ਯੂਪੀ ਦੇ ਗੋਰਖਪੁਰ ਦੇ ਵਿੱਚ 22 ਪੁਲਿਸ ਮੁਲਾਜ਼ਮਾਂ ਨੂੰ ਜਿੰਦਾ ਜਲਾਤਾ ਸੀ। ਇਸ ਤੋਂ ਬਾਅਦ 5 ਤਰੀਕ ਸੀ, 5 ਦੇ ਵਿੱਚ 7 ਜੋੜੇ 12 ਫਰਵਰੀ 1922 ਨੂੰ ਗਾਂਧੀ ਜੀ ਨੇ ਆਪਦੀ ਨੌਨ ਕੋਆਪਰੇਸ਼ਨ ਮੂਵਮੈਂਟ ਸੀ ਜਿਹੜੀ ਉਹ ਵਾਪਸ ਲੈ ਲਈ ਸੀ, ਜੀ ਤੋਂ C.R. ਦਾਸ ਅਤੇ ਮੋਤੀ ਲਾਲ ਨਹਿਰੂ ਗੁੱਸੇ ਹੋ ਗਏ ਸੀ। ਉਹਨਾਂ ਨੇ ਆਪਦੀ 1 ਜਨਵਰੀ 1923 ਨੂੰ ਸਵਰਾਜ ਪਾਰਟੀ ਬਣਾ ਲਈ ਸੀ। ਠੀਕ ਹੈ ਜੀ। ਤਾਂ ਚਾਰੇ ਆਪਸ਼ਨ ਡਿਸਕਸ ਕਰ ਲਈਆਂ ਅਤੇ ਇਹਦਾ ਆਨਸਰ ਕਿਹੜਾ ਹੈਗਾ? 1922। ਠੀਕ ਹੈ ਜੀ। 1922 'ਚ ਇਹ ਕਾਂਡ ਵੀ ਹੋਇਆ ਸੀ ਅਤੇ 1922 ਦੇ ਵਿੱਚ ਹੜੱਪਾ ਸੱਭਿਅਤਾ ਨੂੰ ਖੋਜੀ ਗਈ ਸੀ। ਇੰਡੀਅਨ ਨੈਪੋਲੀਅਨ ਦਾ ਟਾਈਟਲ ਕਿਸ ਨੂੰ ਦਿੱਤਾ ਜਾਂਦਾ ਹੈਗਾ? ਇੰਡੀਅਨ ਨੈਪੋਲੀਅਨ ਦਾ ਟਾਈਟਲ ਕਿਸ ਨੂੰ ਦਿੱਤਾ ਗਿਆ ਹੈਗਾ ਜੀ? ਦੱਸੋ ਜੀ। ਤਾਂ ਇਹ ਦਿੱਤਾ ਗਿਆ ਹੈਗਾ ਆਪਣੇ 4 ਆਪਸ਼ਨ ਤੁਹਾਡੇ ਸਾਹਮਣੇ ਆ। ਚੰਦਰਗੁਪਤ ਮੌਰੀਆ, ਸਮੁੰਦਰਗੁਪਤ, ਚੰਦਰਗੁਪਤ ਪਹਿਲਾ ਕਿ ਹਰਸ਼ਵਰਧਨ। ਇਹ ਹੈਗਾ ਰਾਜੇ ਆਪਣਾ ਸਮੁੰਦਰਗੁਪਤ ਹੈ। ਠੀਕ ਹੈ ਜੀ। ਸਮੁੰਦਰਗੁਪਤ ਕਿਹੜੀ ਡਾਇਨੈਸਟੀ ਨਾਲ ਸੰਬੰਧਿਤ ਆ? ਗੁਪਤ ਵੰਸ਼ ਨਾਲ ਸੰਬੰਧਿਤ ਆ ਰਾਜੇ। ਠੀਕ ਹੈ ਜੀ। ਗੁਪਤ ਵੰਸ਼ ਨਾਲ ਸੰਬੰਧਿਤ ਦਾ ਕਾਰਜਕਾਲ ਕਿੰਨਾ ਰਿਹਾ ਰਾਜੇ ਇਹਦਾ? 335 ਤੋਂ ਲੈ ਕੇ 375 AD ਤੱਕ। AD ਦਾ ਮਤਲਬ ਦੁਬਾਰਾ ਫੇਰ ਦੱਸ ਦਿੰਦਾ, ਇਨੋ ਡੋਮਿਨੀ। ਠੀਕ ਹੈ ਜੀ। ਕੀ ਡਾਇਰੈਕਟੋਰੇਸ਼ਨ ਇੱਥੋਂ ਆ ਜਾਂਦਾ ਹੈਗਾ। ਠੀਕ ਹੈ ਜੀ। ਅਤੇ ਬਾਕੀ A.V. ਸਮਿਥ ਨੇ ਇੱਕ ਬੁੱਕ ਲਿਖੀ ਸੀ। ਠੀਕ ਹੈ ਜੀ, ਜਿਹਦੇ ਵਿੱਚ ਇਹਨੂੰ ਪਰਾਗ ਪ੍ਰਸਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈਗਾ। ਠੀਕ ਹੈ ਜੀ। ਚਲੋ ਬੜਾ ਡੀਪਲੀ ਨਹੀਂ ਜਾਂਦੇ ਆਪਾਂ, ਬਸ ਇੰਨੀ ਯਾਦ ਕਰ ਲਓ। ਇਸ ਤੋਂ ਬਾਅਦ ਆ ਗਿਆ ਆਪਣਾ ਅਗਲਾ ਪ੍ਰਸ਼ਨ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ? ਕਹਿੰਦੇ ਅਜੀ ਵਿਕਾਸ। ਅਰੀ ਵਿਕੇਸ ਕੀ ਹੈ? ਕਹਿਣਾ ਸੰਬੰਧਿਤ ਅਰੀ ਵਿਕਾਸ। ਦੱਸੋ ਜੀ ਕੀ ਕਿਹਾ ਜਾਂਦਾ ਹੈਗਾ? ਅਰੀ ਵਿਕਾਸ ਸੈਕਟ ਕੰਟੈਂਪਰੇਰੀ ਟੂ ਦਾ ਬੁੱਧਾ, ਬੁੱਧ ਦੇ ਸਮਕਾਲੀਆਂ ਨੂੰ ਕਿਹਾ ਜਾਂਦਾ ਹੈਗਾ। ਬੋਧੀਆਂ ਦੀ ਟੁੱਟੀ ਹੋਈ ਸ਼ਾਖਾ ਨੂੰ ਕਿਹਾ ਜਾਂਦਾ ਹੈਗਾ। ਬ੍ਰੇਕਵੇ ਬ੍ਰਾਂਚ ਆਫ ਦਾ ਬੁੱਧਿਸਟ। ਸੈਕਟ ਫਾਊਂਡਡ ਬਾਏ ਚਾਰਵਿਕ ਤਾਂ ਸੈਕਟ ਫਾਊਂਡਡ ਬਾਏ ਸ਼ੰਕਰਾਚਾਰੀਆ। ਦੱਸੋ ਜੀ। ਇਹ ਕਿਹਾ ਜਾਂਦਾ ਹੈਗਾ ਬੁੱਧ ਦੇ ਸਮਕਾਲੀ ਸੰਪਰਤਾ ਨੂੰ, ਜਿਹੜੇ ਬੁੱਧ ਧਰਮ ਦੇ ਨਾਲ ਨਾਲ ਚੱਲ ਰਹੇ ਸੀ ਉਹਨਾਂ ਨੂੰ ਕਿਹਾ ਜਾਂਦਾ ਹੈਗਾ। ਅਤੇ ਇਹ ਜਿਹੜਾ ਅਜੀਵਿਕਾ ਸ਼ਬਦ ਦਾ ਜੇ ਇਹ ਸੰਸਕ੍ਰਿਤ ਦਾ ਸ਼ਬਦ ਹੈਗਾ, ਇਹਦਾ ਮਤਲਬ ਹੈਗਾ ਲਿਵਿੰਗ। ਇਹਦਾ ਸ਼ਬਦ ਦਾ ਮਤਲਬ ਹੈਗਾ ਲਿਵਿੰਗ।
ਕਿਹੜੇ ਨਾਲ ਹੋਰ ਕਿਹੜੇ ਚੱਲ ਰਹੇ ਸੀ ਨਾਲ, ਉਹਦਾ ਮਤਲਬ ਹੁੰਦਾ ਅਜੀਬ ਵਿਕਾਸ ਕਿ ਨਾਲ ਹੋਰ ਵੀ ਜਿਹੜੇ ਨਾਲ ਸਮੇਂ ਚੱਲ, ਜਿਵੇਂ ਕਿ ਮਹਾਜਨਪਦ ਦਾ ਪੀਰੀਅਡ ਚੱਲ ਰਿਹਾ ਸੀ, ਮਹਾਜਨਪਦ 16 ਸੀ ਆਪਣੇ, ਠੀਕ ਹੈ ਜੀ। ਤਾਂ ਉਹ ਚੀਜ਼ਾਂ ਜਿਹੜੀਆਂ ਨਾਲ ਚੱਲ ਰਹੀਆਂ ਸੀ, ਉਹ ਚੀਜ਼ਾਂ ਦੀ ਗੱਲ ਕਰਦੇ ਆ। ਤਾਂ ਇਹਦੀ ਜੇ ਆਪਾਂ ਮੈਪਰੇਸ਼ਨ ਦੀ ਵਿਆਖਿਆ ਕਰਨ ਲੱਗ ਗਿਆ ਤਾਂ ਇਹ 1 ਘੰਟੇ ਦੀ ਵੀਡੀਓ 'ਚ ਹੀ ਬਣ ਜਾਣੀ ਹੈ, ਠੀਕ ਹੈ ਜੀ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਦਾ organic relationship between the ancient culture of the Indus Valley and Hinduism of India is provided by the worship of। ਸਿੰਧੂ ਘਾਟੀ ਦੀ ਪ੍ਰਾਚੀਨ ਸੰਸਕ੍ਰਿਤੀ ਅਤੇ ਅਜੋਕੇ ਹਿੰਦੂ ਧਰਮ ਦਾ ਆਰਗੈਨਿਕ ਰਿਸ਼ਤਾ ਇਸ ਦੀ ਪੂਜਾ ਤੋਂ ਕਿਤੋਂ ਸਾਬਤ ਹੁੰਦਾ ਹੈ? ਕਿਉਂਕਿ ਦੇਖੋ ਤੁਸੀਂ, ਸਿੰਧੂ ਘਾਟੀ ਸੱਭਿਅਤਾ ਸਮੇਂ ਵੀ ਇੱਕ ਪ੍ਰਾਚੀਨ ਸੰਸਕ੍ਰਿਤੀ ਚੱਲਦੀ ਸੀ, ਜਿਸ 'ਚ ਹਿੰਦੂ ਧਰਮ ਦੇ ਲੋਕ ਜਿਵੇਂ ਅੱਜ ਪੂਜਾ ਕਰਦੇ ਆ, ਉਹ ਸਮੇਂ ਦੇ ਵਿੱਚ ਹੀ ਸਿੰਧੂ ਘਾਟੀ ਦੇ ਵਿੱਚ ਵੀ ਪੂਜਾ ਕੀਤੀ ਜਾਂਦੀ ਸੀ। ਤਾਂ ਉਹ ਚੀਜ਼ ਕਿਹੜੀ ਆਪਸ ਦੇ ਵਿੱਚ ਚੀਜ਼ ਕਹਿੰਦੇ ਇਹਨਾਂ ਦੇ ਵਿੱਚੋਂ ਮੇਲ ਖਾਂਦੀ ਹੈ, ਠੀਕ ਹੈ ਜੀ। ਕਹਿੰਦੇ ਪਸ਼ੂਪਤੀ ਦੀ ਪੂਜਾ, ਇੰਦਰਾ ਦੀ ਪੂਜਾ ਕਰਦੇ ਸੀ, ਅਤੇ ਮਾਤਾ ਨੂੰ ਗੋਡਨੈਸ ਮਾਤਾ ਮੰਨਦੇ ਸੀ, ਔਰਤ ਮੰਨਦੇ ਸੀ, ਠੀਕ ਹੈ ਜੀ। ਕਹਿੰਦੇ ਉਹ ਪੱਥਰਾਂ ਦੀ ਪੂਜਾ ਕਰਦੇ ਸੀ, ਦਰਖਤਾਂ ਦੀ ਪੂਜਾ ਕਰਦੇ ਸੀ, ਜਾਨਵਰਾਂ ਦੀ ਪੂਜਾ ਕਰਦੇ ਸੀ। ਦੱਸੋ, ਕਹਿੰਦੇ ਇਹ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੋ ਰਹੀਆਂ ਜਿਹੜੀਆਂ ਉਦੋਂ ਹੁੰਦੀਆਂ ਸੀ। ਵਿਸ਼ਨੂੰ ਦੀ ਪੂਜਾ ਕਰਦੇ ਸੀ, ਲਕਸ਼ਮੀ ਦੀ ਪੂਜਾ ਕਰਦੇ ਸੀ, ਸ਼ਿਵਾ ਦੀ ਪੂਜਾ ਕਰਦੇ ਸੀ, ਅਤੇ ਸ਼ਕਤੀ ਦੀ ਪੂਜਾ ਕਰਦੇ ਸੀ। ਤਾਂ ਰਾਜੇ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਰਿਸ਼ਤਾ ਤੁਹਾਨੂੰ ਆਪਾਂ ਨੂੰ ਲੱਗ ਰਿਹਾ ਕਿ ਉਹੀ ਰਿਸ਼ਤਾ ਸੇਮ ਟੂ ਸੇਮ ਸਿੰਧੂ ਘਾਟੀ ਦੇ ਲੋਕ ਵੀ ਜਿਵੇਂ ਪੂਜਾ ਕਰਦੇ ਸੀ, ਹੁਣ ਇਸ ਸਮੇਂ ਵਿੱਚ ਹੀ ਅੱਜ ਦੇ ਸਮੇਂ ਵਿੱਚ ਹਿੰਦੂ ਘਾਟੀ ਦੇ ਲੋਕ ਪੂਜਾ ਕਰਦੇ ਆ। ਤਾਂ ਉਹ ਚੀਜ਼ ਮੇਲ ਖਾਂਦੀ ਹੈ ਆਪਸ਼ਨ ਨੰਬਰ ਬੀ ਨਾਲ। ਸਟੋਨ, ਪੱਥਰਾਂ ਦੀ ਪੂਜਾ ਕਰਦੇ ਨੇ। ਹੁਣ ਦੇਖੋ ਸ਼ਿਵਲਿੰਗ ਹੈ, ਜਿਹੜੇ ਲੋਕਾਂ ਦੀ ਭਾਵਨਾ ਗਈ ਉਹਦੇ ਨਾਲ, ਤਾਂ ਉਹ ਸ਼ਿਵਲਿੰਗ ਨੂੰ ਲੱਸੀ ਚੜਾਉਂ, ਦੁੱਧ ਨਾਲ ਧੋਂਦੇ ਆ, ਸਾਰਾ ਕੁਛ ਕਰਦੇ ਆ। ਵਿੱਚ ਜਿਹੜੇ ਲੋਕ ਨਾਸਤਿਕ, ਉਹਨਾਂ ਵਾਸਤੇ ਇੱਕ ਪੱਥਰ ਹੈਗਾ, ਠੀਕ ਹੈ ਜੀ। ਤਾਂ ਕਰਕੇ ਇਹਨੂੰ ਸਟੋਨ ਜਿਵੇਂ ਆਪਾਂ ਹੋ ਗਏ, ਠੀਕ ਹੈ। ਜਿਵੇਂ ਮੂਰਤੀ ਪੂਜਾ ਬਣਾਉਣੀ, ਇਹ ਵੀ ਇੱਕ ਤਰ੍ਹਾਂ ਦੀ ਸਟੋਨ ਹੈ। ਟਰੀਸ, ਦਰਖਤਾਂ ਦੀ ਪੂਜਾ ਕਰਦੇ ਨੇ, ਜਿਵੇਂ ਪਿੱਪਲ ਦੀ ਪੂਜਾ ਕਰਦੇ ਆ ਲੋਕ, ਉਹ ਬੰਨ੍ਹਦੇ ਹੁੰਦੇ ਨਾਲ ਰੱਖੜੀਆਂ ਜੀਆਂ ਅਤੇ ਚੁੰਨੀਆਂ ਬੰਨ੍ਹਦੇ ਆ, ਠੀਕ ਹੈ ਜੀ। ਐਨੀਮਲ, ਜਿਵੇਂ ਹੁਣ ਆਪਣੀ ਮਾਤਾ ਦਾ ਸ਼ੇਰ 'ਤੇ ਚੜ੍ਹ ਕੇ ਸਵਾਰ ਹੋਈ ਹੈ, ਉਹਦੀ ਪੂਜਾ ਕਰਦੇ ਹਾਂ ਆਪਾਂ, ਠੀਕ ਹੈ ਜੀ। ਅਤੇ ਜਿਵੇਂ ਆਪਣੇ ਗੁੱਗਾ ਮਾਈ ਦੇ ਗਧੇ ਦੀ ਪੂਜਾ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਤੁਹਾਨੂੰ ਪਤਾ ਹੋਊਗਾ ਆਪਾਂ ਨੇ ਇਹ ਚੀਜ਼ਾਂ ਵੀ ਸੇਮ ਟੂ ਸੇਮ ਹਿੰਦੂ ਧਰਮ ਨਾਲ ਵੀ ਮੈਚ ਕਰਦੀਆਂ ਹੈਗੀਆਂ, ਪੱਥਰ, ਦਰਖਤ ਅਤੇ ਐਨੀਮਲ। ਤਾਂ ਇਹ ਪੂਜਾ ਸਾਬਤ ਕਰਦੀ ਹੈ ਕਿ ਦੋਨਾਂ ਦਾ ਆਪਸ ਦੇ ਵਿੱਚ ਕੋਈ ਨਾ ਕੋਈ ਰਿਸ਼ਤਾ ਹੈਗਾ ਗਾ, ਜੇ ਆਪਾਂ ਪੁਰਾਣੇ ਸਮੇਂ ਤੋਂ ਚੱਲਦੇ ਹਾਂ। ਜਿਹੜਾ ਵਿਸ਼ਨੂੰ ਆ ਗਿਆ ਰਾਜੇ, ਵਿਸ਼ਨੂੰ ਨੂੰ ਪੁਰਾਣੇ ਸਮਿਆਂ ਦੇ ਵਿੱਚ ਸਭ ਤੋਂ ਤਾਕਤਵਰ ਮੰਨਿਆ ਗਿਆ ਹੈਗਾ। ਸਭ ਤੋਂ ਤਾਕਤਵਰ ਕਿਹਨੂੰ ਮੰਨਿਆ ਗਿਆ ਪੁਰਾਣੇ ਸਮੇਂ ਦੇ ਵਿੱਚ? ਵਿਸ਼ਨੂੰ ਨੂੰ ਮੰਨਿਆ ਗਿਆ ਹੈਗਾ। ਜਦੋਂ ਪਿਛਲੀ ਵਾਰ ਤੁਹਾਨੂੰ ਪਤਾ ਹੋਣਾ ਗਾ, ਕਲੀ ਦੀ ਲੜਾਈ ਹੋ ਗਈ ਸੀ ਦੇਵਤਿਆਂ ਨਾਲ, ਕਲੀ ਦੀ ਲੜਾਈ ਹੋ ਗਈ ਸੀ। ਕਲੀ ਕੌਣ ਸੀ? ਕਲਯੁੱਗ। ਜਿਹੜਾ ਕਲਯੁੱਗ ਅੱਜ ਦੇ ਸਮੇਂ ਦੇ ਵਿੱਚ ਹੈਗਾ, ਉਹ ਕਲੀ ਸੀ। ਉਹ ਸਮੇਂ ਦੇ ਵਿੱਚ ਦਾਨਵ ਸੀ ਇੱਕ ਕਲੀ, ਉਹਦੇ ਨਾਂ ਤੋਂ ਹੀ ਕਲਯੁੱਗ ਬਣਿਆ ਸੀ, ਠੀਕ ਹੈ ਜੀ। ਅਤੇ ਉਹਦੀ ਜੋ ਦੇਵਤਿਆਂ ਨਾਲ ਲੜਾਈ ਹੋ ਗਈ, ਸੱਚ ਦੀ ਜਿੱਤ ਹੋਈ ਸੀ। ਸੱਚ ਤੋਂ ਲੈ ਕੇ ਦੇਵਤੇ ਅਤੇ ਆਪਸ ਦੇ ਵਿੱਚ ਰਾਕਸ਼ਸ ਸੀ, ਜਿਹੜੇ ਦਾਨਵ ਲੜ ਪਏ ਸੀ, ਅਤੇ ਉਹ ਸਾਰੇ ਵਿਸ਼ਨੂੰ ਕੋਲ ਗਏ ਸੀ। ਵਿਸ਼ਨੂੰ ਨੇ ਉਹਨਾਂ ਦੀ ਹੈਲਪ ਕੀਤੀ ਸੀ, ਠੀਕ ਹੈ ਜੀ। ਅਤੇ ਜਦੋਂ ਇਹ ਕਲੀ ਨੂੰ ਹਰਾਤਾ, ਕਲੀ ਜਾ ਕੇ ਆਪਦੇ ਕਿਲ੍ਹੇ 'ਚ ਲੁਕ ਗਿਆ ਸੀ। ਕਲੀ ਕਹਿੰਦਾ ਮੈਂ ਉਹਦੀ ਨਿਕਲੂੰਗਾ ਜਦੋਂ ਕਲਯੁੱਗ ਆਊਗਾ। ਅਤੇ ਜੇ ਤੁਹਾਨੂੰ ਪਤਾ ਕਿ ਅੱਜ ਦੇ ਸਮੇਂ ਵਿੱਚ ਕਲਯੁੱਗ ਆਊਗਾ, ਤਾਂ ਕਲੀ ਇਸ ਸਮੇਂ ਜ਼ੋਰਾਂ ਸ਼ੋਰਾਂ ਨਾਲ ਭੱਜਿਆ ਫਿਰਦਾ ਆਪਣੇ ਸਾਰੀ ਦੁਨੀਆ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਗੱਲ ਯਾਦ ਰੱਖਣੀ, ਵਿਸ਼ਨੂੰ ਸਭ ਤੋਂ ਤਾਕਤਵਰ ਮੰਨਿਆ ਗਿਆ ਵਿਸ਼ਨੂੰ ਨੂੰ। ਤਾਂ ਬੀ ਨੰਬਰ ਆਪਸ਼ਨ ਹੈ, ਬਿਲਕੁਲ ਸਹੀ ਹੈ। ਅਤੇ ਕਲੀ ਨੂੰ ਇਹਨੇ ਹਰਾਤਾ ਸੀ। ਹਾਊ ਵਾਜ਼ ਦਾ ਬਰਮਾ ਨੋਨ ਐਜ਼ ਦਾ ਐਂਸੀਅੰਟ ਇੰਡੀਅਨ? ਬਰਮਾ ਨੂੰ ਪ੍ਰਾਚੀਨ ਭਾਰਤੀਆਂ ਲਈ ਕਿਵੇਂ ਜਾਣਿਆ ਜਾਂਦਾ? ਦੇਖੋ ਬੱਚੋ, ਬਰਮਾ, ਹੁਣ ਤੁਸੀਂ ਕਹੋਗੇ ਬਰਮਾ ਦਾ ਹੁਣ ਤਾਂ ਨਾਂ ਸੁਣਿਆ ਨਹੀਂ ਆਪਾਂ। ਮਿਆਂਮਾਰ ਨੂੰ ਹੀ ਬਰਮਾ ਕਹਿ ਦਿੰਦੇ ਆ। ਕਈ ਵਾਰੀ ਪ੍ਰਸ਼ਨ ਬਹੁਤ ਵਾਰੀ ਆਇਆ ਹੈਗਾ ਕਿ ਮਿਆਂਮਾਰ ਦਾ ਪੁਰਾਣਾ ਨਾਮ ਕੀ ਹੈ? ਬਰਮਾ, ਜਾਂ ਬਰਮਾ ਦਾ ਅੱਜ ਦੇ ਸਮੇਂ ਦੇ ਵਿੱਚ ਕੀ ਨਾਮ ਹੈਗਾ? ਮਿਆਂਮਾਰ। ਪ੍ਰਸ਼ਨ ਵਾਲਾ ਕਿਤੋਂ ਵੀ ਪ੍ਰਸ਼ਨ ਪੁੱਛ ਸਕਦਾ। ਜਿਵੇਂ ਤੁਹਾਨੂੰ ਮੈਂ ਹਰ ਵਾਰ ਦੀ ਤਰ੍ਹਾਂ ਕਹਿਣਾ ਹੁੰਦਾ, ਉਹਨੇ ਆਪਾਂ ਨੂੰ ਪ੍ਰਸ਼ਨ ਇਹ ਨਹੀਂ ਪਾਉਣਾ ਕਿ ਆਪਾਂ ਸਟੂਡੈਂਟ ਹੈ, ਉਹਨੇ ਆਪਾਂ ਨੂੰ ਪ੍ਰਸ਼ਨ ਇਸ ਹਿਸਾਬ ਨਾਲ ਪਾਉਣਾ ਕਿ ਉਹ ਸਟੂਡੈਂਟ ਆ, ਆਪਾਂ ਟੀਚਰ ਆ, ਆਪਾਂ ਨੂੰ ਉਹ ਗੱਲ ਸਮਝਾਉਣੀ ਹੈ ਜਿਹੜੀ ਉਹਨੂੰ ਨਹੀਂ ਪਤਾ ਹੈਗੀ, ਠੀਕ ਹੈ ਜੀ। ਕਹਿੰਦੇ ਦੱਸੋ ਜਿਹੜੇ ਬਰਮਾ ਸੀ ਰਾਜੇ, ਠੀਕ ਹੈ ਜੀ, ਜਾਂ ਜਿਹਨੂੰ ਅੱਜ ਦੇ ਸਮੇਂ ਵਿੱਚ ਆਪਾਂ ਮਿਆਂਮਾਰ ਕਹਿ ਦਿੰਦੇ ਹਾਂ, ਇਹਨੂੰ ਪ੍ਰਾਚੀਨ ਭਾਰਤੀਆਂ ਦੀ ਕਿਹੜੀ ਚੀਜ਼ ਨਾਲ ਜਾਣਿਆ ਜਾਂਦਾ ਸੀ? ਦੱਸੋ ਜੀ। ਕਹਿੰਦੇ ਮਲਿਆਲਮ, ਜਾਬਡੀਪਾ, ਠੀਕ ਹੈ ਜੀ, ਸੋਬਰਾਨਾ ਭੂਮੀ, ਸੋਬਰਾਨਾ ਦੀਪਾ। ਇਹਨਾਂ 'ਚ ਦੱਸੋ ਕਿਹੜੇ ਨਾਂ ਨਾਲ ਆਪਾਂ ਇਹਨੂੰ ਜਾਣਦੇ ਸੀ ਪੁਰਾਣੇ ਸਮੇਂ ਦੇ ਵਿੱਚ? ਪ੍ਰਸ਼ਨ ਇੰਪੋਰਟੈਂਟ ਹੈ। ਤਾਂ ਇਹਨੂੰ ਜਾਣਦੇ ਸੀ ਰਾਜੇ ਆਪਾਂ ਆਹ ਨਾਮ ਨਾਲ, ਸੋਬਰਾਨਾ ਭੂਮੀ। ਸੋਬਰਾਨਾ ਭੂਮੀ, ਇਹ ਸੋਬਰਾਨਾ ਭੂਮੀ ਕਿਹੜਾ ਸ਼ਬਦ ਆ ਰਾਜੇ? ਇਹ ਸ਼ਬਦ ਹੈਗਾ ਗਾ ਸੰਸਕ੍ਰਿਤ ਦਾ, ਜਿਹਦਾ ਮਤਲਬ ਕੀ ਹੈਗਾ ਗਾ? ਗੋਲਡਨ ਲੈਂਡ, ਜਾਂ ਇਹਨੂੰ ਲੈਂਡ ਆਫ ਗੋਲਡ ਵੀ ਕਿਹਾ ਜਾਂਦਾ ਹੈਗਾ। ਐਂਸ਼ੀਅੰਟ ਸਮੇਂ ਦੇ ਵਿੱਚ
ਪੁਰਾਣੇ ਸਮੇਂ ਦੇ ਵਿੱਚ ਕਿਹਾ ਗਿਆ ਸੀ। ਠੀਕ ਹੈ ਜੀ। ਇਹ ਕਿਹੜੀ ਜਗ੍ਹਾ ਦੇ ਵਿੱਚ ਸਥਿਤ ਹੈ ਰਾਜੇ ਇਹ? ਠੀਕ ਹੈ ਜੀ, ਇਹ ਗਲਫ ਆਫ ਬੰਗਾਲ ਐਂਡ ਈਸਟਰਨ ਪੂਰਬ, ਈਸਟਰਨ ਨੂੰ ਪੂਰਬ ਕਹਿ ਦਿੰਦੇ ਆ। ਠੀਕ ਹੈ ਜੀ। ਅਤੇ ਇੰਡੀਅਨ ਓਸ਼ਨ ਦੇ ਵਿੱਚ ਹੈ, ਇੰਡੀਅਨ ਓਸ਼ਨ ਦੇ ਵਿਚਕਾਰ ਹੈ। ਗਲਫ ਆਫ ਬੰਗਾਲ ਅਤੇ ਈਸਟਰਨ ਇੰਡੀਅਨ ਓਸ਼ਨ ਦੇ ਵਿਚਕਾਰ ਹੈ। ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ, ਤਾਂ ਕਰਕੇ ਉਹਨੂੰ ਜਾਣਿਆ ਜਾਂਦਾ ਰਾਜੇ। ਇਹ ਗੱਲ ਯਾਦ ਰੱਖਿਓ। ਠੀਕ ਹੈ। ਕੋਈ ਵੀ ਜਿਵੇਂ ਤੁਹਾਨੂੰ ਦੱਸੀ ਜਾਂਦਾ ਗਾ ਕਿ ਨਈ ਚੀਜ਼ ਆਉਂਦੀ ਭਾਵੇਂ 10 ਵਾਰੀ ਪੁੱਛੋ, 20 ਵਾਰੀ ਪੁੱਛ ਲਓ। ਠੀਕ ਹੈ ਜੀ। ਥਾਈਲੈਂਡ ਤੋਂ ਥੋੜ੍ਹੇ ਹੇਠਲੇ ਪਾਸੇ ਆ ਜਾਂਦਾ ਇਹ, ਬਸ ਜ਼ਿਆਦਾ ਪ੍ਰਸ਼ਨ ਇਹੀ ਆਊਗਾ ਇਹਦੇ ਵਿੱਚੋਂ ਕਿ ਗੋਲਡਨ, ਜਾਂ ਤੋਂ ਇਹ ਵੀ ਪੁੱਛ ਸਕਦੇ ਆ ਕਿ ਲੈਂਡ ਆਫ ਗੋਲਡ ਜਾਂ ਗੋਲਡਨ ਲੈਂਡ ਕਿਹਨੂੰ ਕਿਹਾ ਜਾਂਦਾ ਗਾ। ਤੁਹਾਡੇ ਮੂਹਰੇ ਬਰਮਾ ਵੀ ਆਪਸ਼ਨ ਪਿਆ ਹੋਊਗਾ, ਤੁਹਾਡੇ ਮੂਹਰੇ ਮਿਆਂਮਾਰ ਵੀ ਹੋਊਗਾ। ਜੇ ਤੁਹਾਨੂੰ ਪਤਾ ਕਿ ਬਰਮਾ ਨੂੰ ਹੀ ਮਿਆਂਮਾਰ ਕਿਹਾ ਜਾਂਦਾ ਤਾਂ ਮਿਆਂਮਾਰ ਨੂੰ ਹੀ ਬਰਮਾ ਕਿਹਾ ਜਾਂਦਾ, ਤਾਂ ਇਸ ਨੂੰ ਹੀ ਗੋਲਡਨ ਲੈਂਡ ਕਿਹਾ ਜਾਂਦਾ ਗਾ, ਲੈਂਡ ਆਫ ਗੋਲਡ ਕਿਹਾ ਜਾਂਦਾ ਗਾ। ਠੀਕ ਹੈ ਜੀ। ਇਹ ਗੱਲ ਯਾਦ ਰੱਖਿਓ। ਅਤੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਨੂੰ ਕੀ ਕਿਹਾ ਜਾਂਦਾ ਗਾ? ਸਵਰਨਾ ਭੂਮੀ। ਸਵਰਨ, ਸਵਰਨ ਮੀਨਿੰਗ ਕੀ ਹੁੰਦਾ? ਸੋਹਣਾ। ਆਪਾਂ ਕਹਿੰਦੇ ਜੀ ਹਰਿਮੰਦਰ ਸਾਹਿਬ ਨੂੰ ਆਪਾਂ ਕਿਹੜੇ ਨਾਂ ਨਾਲ ਜਾਣਦੇ ਹਾਂ? ਸਵਰਨ ਮੰਦਰ ਦੇ ਨਾਲ ਜਾਣਦੇ ਹਾਂ। ਤਾਂ ਨਾਂ ਦੇ ਵਿੱਚ ਹੀ ਕਨਫਰਮ ਹੋ ਜਾਂਦਾ ਰਾਜੀ ਸਾਰਾ ਕੁਛ। ਠੀਕ ਹੈ। ਤਾਂ ਹਰੇਕ ਚੀਜ਼ ਨੂੰ ਧਿਆਨ ਨਾਲ ਪੜ੍ਹਨਾ ਆਪਾਂ। ਮੇਰਾ ਡਿਟੇਲ 'ਚ ਪੜ੍ਹਾਉਣ ਦਾ ਮਤਲਬ ਇਹੀ ਹੁੰਦਾ ਕਿ ਤੁਹਾਡੀ ਕੋਈ ਚੀਜ਼ ਰਹਿ ਨਾ ਜਾਵੇ ਕਿਸੇ ਹਿਸਾਬ 'ਤੇ ਵੀ। 3 ਨੰਬਰ ਆਪਸ਼ਨ ਆ ਗਿਆ। ਇਸ ਤੋਂ ਬਾਅਦ ਅਗਲਾ ਪ੍ਰਸ਼ਨ ਰਾਜੇ ਆਪਣੇ ਕੋਲ, ਦੇਖੋ ਸਾਰੇ ਪ੍ਰਸ਼ਨ ਰਿਪੀਟ ਹੋਏ ਹੋਏ ਪੰਜਾਬ ਦੇ ਪੇਪਰਾਂ ਦੇ ਵਿੱਚ ਵੀ। ਵਿਦ ਹੂਮ ਇਜ ਜੂਨਾਗੜ੍ਹ ਰੌਕ ਸ਼ਿਲਾਲੇਖ ਐਸੋਏਟਡ। ਜੂਨਾਗੜ੍ਹ ਰੌਕ ਹੈ ਜੇ, ਜੂਨਾਗੜ੍ਹ ਦੇ ਵਿੱਚ ਰਾਜੇ ਰੌਕ ਦੇ ਉੱਪਰ ਨਾ ਸ਼ਿਲਾਲੇਖ ਲਿਖੇ ਹੋਏ ਆ। ਇਹ ਕਿਹੜੇ ਧਰਮ ਨਾਲ ਜੁੜੇ ਹੋਏ ਆ? ਇਹ ਰੁਦਰਾਮਨ, ਬਿੰਬੀਸਾਰ, ਚੰਦਰਗੁਪਤ ਦੂਜਾ ਜਾਂ ਗੌਤਮ ਪੁੱਤਰਾ ਸਤਕਰਨੀ। ਕਿਹਨਾਂ ਜੁੜੇ ਹੋਏ ਰਾਜੇ? ਤਾਂ ਇਹ ਜੁੜੇ ਹੋਏ ਆਪਣੇ ਰੁਦਰਾ ਬਰਮਨ ਨਾਲ, ਰੁਦਰਾ ਦਮਨ। ਠੀਕ ਹੈ ਜੀ। ਉਹਨੇ ਜੁੜੇ ਹੋਏ ਆ। ਉਹਦੇ ਬਾਰੇ, ਉਹਦੇ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਹੈਗੀਆਂ, ਇਹ ਰਾਜਾ ਸੀ ਇੱਕ ਰਾਜੇ। ਠੀਕ ਹੈ ਜੀ। ਅਤੇ ਬਹੁਤ ਮਹਾਨ ਸ਼ਾਸਕ ਰਿਹਾ ਇਹ, ਅਤੇ ਬਹੁਤ ਸਮੇਂ ਤੱਕ ਇਹਨੇ ਮਤਲਬ ਰਾਜ ਕੀਤਾ ਗਾ। ਠੀਕ ਹੈ ਜੀ। ਅਤੇ ਕਿਹੜਾ ਸ਼ੱਕ ਅਰਾ ਨਾਲ ਸੰਬੰਧਿਤ ਸੀ ਇਹ? ਕਿਹੜੇ ਅਰਾ ਨਾਲ? ਸ਼ੱਕ ਅਰਾ। ਸ਼ੱਕ ਅਰਾ ਨਾਲ ਸੰਬੰਧ ਕਨਿਸ਼ਕ ਦਾ ਵੀ ਹੈਗਾ ਗਾ। ਕਨਿਸ਼ਕ ਨੇ ਕਿਹੜਾ ਬਣਾਇਆ? ਕੈਲੰਡਰ ਜਿਹੜਾ ਆਪਾਂ ਵਰਤਦੇ ਅੱਜ ਦੇ ਸਮੇਂ ਦੇ ਵਿੱਚ ਕੈਲੰਡਰ ਵਰਤਦੇ, ਡੇਟਾ ਡੂਟਾ ਦੇਖਦੇ ਹੋ ਤੁਸੀਂ, ਤਾਂ ਇਹ ਕੈਲੰਡਰ ਵੀ ਆਪਾਂ, ਠੀਕ ਹੈ ਜੀ, ਕਨਿਸ਼ਕ ਨੇ ਦਿੱਤਾ ਸੀ ਆਪਾਂ ਨੂੰ ਸ਼ੱਕ ਅਰਾ ਦੇ ਵਿੱਚ। ਅਤੇ ਇਹ ਜਿਹੜਾ ਰੁਦਰਾ ਦਮਨ ਹੈ ਇਹ ਵੀ ਸ਼ੱਕ ਅਰਾ ਨਾਲ ਹੀ ਸੰਬੰਧਿਤ ਰੱਖਦਾ ਗਾ। ਠੀਕ ਹੈ ਜੀ। ਤਾਂ ਇਹ ਬਸ ਪ੍ਰਸ਼ਨ ਮੇਨ ਯਾਦ ਕਰ ਲਿਓ, ਬਾਹਲਾ ਆਪਾਂ ਨੂੰ ਡੀਪਲੀ ਜਾਣ ਦੀ ਲੋੜ ਨਹੀਂ ਹੈਗੀ। ਇਸ ਤੋਂ ਬਾਅਦ ਆਪਣੇ ਗੁਪਤ ਸਾਮਰਾਜ ਆ ਗਿਆ ਸੀ। ਠੀਕ ਹੈ ਜੀ। ਆਹ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਰਾਜੇ, ਬਹੁਤ ਬਹੁਤ ਜ਼ਿਆਦਾ। ਨਲੰਦਾ ਯੂਨੀਵਰਸਿਟੀ ਵਾਜ ਏ ਗ੍ਰੇਟ ਸੈਂਟਰ ਆਫ ਲਰਨਿੰਗ। ਨਲੰਦਾ ਯੂਨੀਵਰਸਿਟੀ ਵਿਸ਼ੇਸ਼ ਤੌਰ 'ਤੇ ਇੱਕ ਸਿੱਖਣ ਦਾ ਮਹਾਨ ਕੇਂਦਰ ਸੀ। ਇਹ ਕਿੱਥੇ ਹੈ? ਮਹਾਨ ਕੇਂਦਰ ਸੀ। ਠੀਕ ਹੈ ਜੀ। ਕਾਹਦਾ ਮਹਾਨ ਕੇਂਦਰ ਸੀ ਸਿੱਖਣ ਦਾ? ਬੁੱਧਿਜ਼ਮ, ਜੈਨਿਜ਼ਮ, ਵੈਸ਼ਨਵ ਅਤੇ ਤੰਤਰ। ਦੱਸੋ ਜੀ। ਇਹ ਆਨਸਰ ਹੈਗਾ ਬੁੱਧਿਜ਼ਮ। ਠੀਕ ਹੈ ਜੀ। ਬੁੱਧਿਜ਼ਮ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰਸ਼ਨ ਹੈ ਰਾਜੇ। ਠੀਕ ਹੈ ਜੀ। ਇਹ ਜੀ ਨਲੰਦਾ ਯੂਨੀਵਰਸਿਟੀ ਹੈ ਰਾਜੇ, ਇਹ ਕਿੱਥੇ ਹੈਗੀ? ਇਹ ਬਿਹਾਰ ਦੇ ਵਿੱਚ ਸਥਿਤ ਹੈਗੀ। ਕਿੱਥੇ ਸਥਿਤ ਹੈ? ਬਿਹਾਰ ਦੇ ਵਿੱਚ। ਠੀਕ ਹੈ ਜੀ। ਅਤੇ ਇਹ ਕਿਹੜੀ ਸਦੀ ਦੇ ਵਿੱਚ ਬਣੀ ਸੀ? ਇਹ 6ਵੀਂ ਸਦੀ ਦੇ ਵਿੱਚ ਬਣੀ ਸੀ। ਇਹ ਕਿਹਨੇ ਬਣਾਈ ਸੀ ਰਾਜੇ? ਕੁਮਾਰ ਗੁਪਤਾ ਪਹਿਲਾ। ਕੁਮਾਰ ਗੁਪਤਾ ਪਹਿਲੇ ਦੁਆਰਾ ਇਹ ਬਣਾਈ ਗਈ ਸੀ। ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ ਅਤੇ ਚੰਗੀ ਤਰ੍ਹਾਂ ਤੁਸੀਂ ਸਾਰੀਆਂ ਚੀਜ਼ਾਂ ਇਹ ਪੜ੍ਹ ਕੇ ਰੱਖੋ। ਇੱਕ ਹਿੰਦੂ ਰੂਲਰ ਸੀ। ਠੀਕ ਹੈ ਜੀ। ਅਤੇ ਕਮੈਂਟਾਂ ਦੇ ਵਿੱਚ ਦੱਸੋ ਇਹ ਯੂਨੀਵਰਸਿਟੀ ਨੂੰ ਕਿਹਨੇ ਖਤਮ ਕੀਤਾ ਸੀ? ਇੱਕ ਇਹ ਯੂਨੀਵਰਸਿਟੀ ਨੂੰ, ਨਲੰਦਾ ਨੂੰ, ਅਤੇ ਇੱਕ ਹੈਗੀ ਬਿਕਰਮਸ਼ਾਲਾ। ਬਿਕਰਮਸ਼ਾਲਾ, ਇਹ ਦੋਨੇ ਯੂਨੀਵਰਸਿਟੀਆਂ ਬਿਹਾਰ ਦੇ ਵਿੱਚ ਆ, ਦੋਨਾਂ ਨੂੰ ਖਤਮ ਕਰਤਾ ਸੀ। ਕਿਹਨੇ ਖਤਮ ਕੀਤਾ ਸੀ? ਮੇਰੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ। ਮੇਰੇ ਭੁੱਲ ਗਿਆ ਵੀ, ਮੇਰਾ ਯਾਦ ਨਹੀਂ ਹੈਗਾ। ਬਹਾਨੇ ਨਾਲ ਸਰਚ ਤਾਂ ਕਰੋਗੇ, ਜੇ ਤੁਸੀਂ ਸਰਚ ਕਰੋਗੇ ਨਾ ਨੈੱਟ 'ਤੇ, ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣ ਲੱਗ ਜੂਗਾ। ਦਾ ਰੱਥ ਆਫ ਦਾ ਮਹਾਬਲੀਪੁਰਮ ਵਾਜ ਬਿਲਟ ਡੂਰਿੰਗ ਦਾ ਰੇਨ ਆਫ ਦਾ। ਕਹਿੰਦੇ ਕਿਸ ਦੇ ਦੌਰਾਨ, ਕਿਸਰੇ ਰਾਜ ਦੇ ਦੌਰਾਨ ਮਹਾਬਲੀਪੁਰਮ ਦੇ ਰੱਥਾਂ ਦਾ ਨਿਰਮਾਣ ਕੀਤਾ ਗਿਆ ਜੀ? ਮਹਾਬਲੀਪੁਰਮ ਦੇ ਵਿੱਚ ਤੁਹਾਨੂੰ ਪਤਾ ਰੱਥ ਬਣੇ ਹੋਏ ਕਿਹਦੇ ਸਮੇਂ ਦੇ ਵਿੱਚ ਹੋਇਆ ਸੀ? ਪਾਲ ਵੰਸ਼, ਚੌਲ ਵੰਸ਼, ਰਾਸ਼ਟਰਕੂਟ ਕੇ ਪੱਲਵ। ਤਾਂ ਇਹ ਕੀਤਾ ਗਿਆ ਸੀ ਰਾਜੇ ਪੱਲਵਾਂ ਦੇ ਵਿੱਚ। ਠੀਕ ਹੈ ਜੀ। ਪੱਲਵਾਂ ਦੇ ਵਿੱਚ ਕੀਤਾ ਸੀ। ਠੀਕ ਹੈ ਜੀ। ਕਿਹੜੇ ਰਾਜੇ ਨੇ ਕੀਤਾ ਸੀ? ਨਰਸਿਮਹਾ ਰਾਓ ਪਹਿਲੇ ਨੇ। ਕਿਹੜਾ? ਨਰਸਿਮਹਾ ਰਾਓ ਪਹਿਲਾ। ਉਹਨੇ ਕੀਤਾ ਸੀ ਕਿਹੜੀ ਸਦੀ ਦੇ ਵਿੱਚ? 7ਵੀਂ ਸਦੀ ਦੇ ਵਿੱਚ, ਏਡੀ ਦੇ ਵਿੱਚ, ਐਨੋ ਡੋਮਿਨੀ ਦੇ ਵਿੱਚ। ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ, ਵੈਰੀ 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 ਇੰਪੋਰਟੈਂਟ ਹੈ। ਮੈਨੂੰ ਤਾਂ ਬਹੁਤ ਵਧੀਆ ਲੱਗਿਆ ਪ੍ਰਸ਼ਨ ਭਾਈ ਸਾਹਿਬ ਇਹ। ਠੀਕ ਹੈ ਜੀ। ਅਤੇ ਰਾਸ਼ਟਰਕੂਟਾਂ ਬਾਰੇ ਆਪਾਂ ਪੜ੍ਹ ਕੇ ਆਏ ਹਾਂ। ਰਾਸ਼ਟਰਕੂਟ ਕੌਣ ਸੀ ਰਾਜੇ? ਰਾਸ਼ਟਰਕੂਟ ਉਹ ਸੀ ਜਿਹਨੇ ਲੌਰਾ ਐਂਡ ਅਜੰਤਾ ਕੇਵਸ ਬਣਾਈਆਂ ਸੀ ਮਹਾਰਾਸ਼ਟਰ ਦੇ ਵਿੱਚ। ਠੀਕ ਹੈ ਜੀ। ਅਤੇ ਚਲੋ, ਧਰਮਪਾਲ ਆ ਜਿਹੜਾ ਇਹ ਬਹੁਤ ਮਹਾਨ ਸ਼ਾਸਕ ਰਿਹਾ ਹੈਗਾ ਪਾਲ ਵੰਸ਼ ਦਾ।
ਹੁਣ ਆ ਗਿਆ ਆਪਾਂ ਆਖਰੀ ਪ੍ਰਸ਼ਨ, ਤੇ ਇਹ ਪ੍ਰਸ਼ਨ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਹੂ ਇਜ਼ ਦਾ ਹੈਲਡ ਐਜ਼ ਦਾ ਗੋਡ ਆਫ ਮੈਡੀਸਨ ਬਾਏ ਦਾ ਪ੍ਰੈਕਟੀਸਾਈਨਰ ਆਫ ਦਾ ਆਯੁਰਵੇਦਾ। ਦੇਖੋ ਕਹਿੰਦੇ ਆਯੁਰਵੇਦਾ ਆਪਣੇ ਦੇਖੋ ਤੁਸੀਂ ਦੇਖੋ ਮੈਡੀਸਨ ਦੇ ਖੇਤਰ ਵਿੱਚ ਜਿਹੜੇ ਬੱਚੇ ਨੇ ਉਸਨੂੰ ਮੈਡੀਕਲ ਬਾਰੇ ਕਿਸੇ ਨੂੰ ਨੌਲੇਜ ਹੋਊਗੀ ਤਾਂ ਮੈਡੀਕਲ ਦੇ ਵਿੱਚ ਵੀ ਆਪਣੇ ਕੋਲ ਬਹੁਤ ਸਾਰੀਆਂ ਟ੍ਰੇਡ ਆ ਜਾਂਦੀਆਂ, ਠੀਕ ਹੈ ਜੀ। ਉਹਨਾਂ ਦੇ ਵਿੱਚ ਇੱਕ ਟ੍ਰੇਡ ਆ ਜਾਂਦੀ ਆਪਣੀ ਆਯੁਰਵੇਦਿਕ। ਆਯੁਰਵੇਦਿਕ ਦੇ ਵਿੱਚ ਠੀਕ ਹੈ ਜੀ ਗੋਡ ਆਫ ਮੈਡੀਸਨ ਕਿਹਨੂੰ ਕਿਹਾ ਜਾਂਦਾ ਗਾ। ਪੁਰਾਣੇ ਸਮੇਂ ਦੇ ਵਿੱਚ ਨਾ ਰਾਜੇ ਜੋ ਜੰਗਲਾਂ ਦੇ ਵਿੱਚ ਲੋਕ ਰਹਿੰਦੇ ਸੀ ਉਦੋਂ ਕੋਈ ਡਾਕਟਰ ਹੁੰਦਾ ਸੀ, ਤਾਂ ਉਦੋਂ ਇਹ ਬੰਦੇ ਦਾ ਜਨਮ ਹੋਇਆ ਸੀ ਕਿਹੜੇ ਦਾ, ਧਨਵੰਤਰੀ। ਇਹਦਾ ਇਤਿਹਾਸ ਪੜ੍ਹ ਕੇ ਦੇਖੋ, ਧਨਵੰਤਰੀ ਦਾ ਮੈਂ ਪੜ੍ਹਿਆ ਹੋਇਆ ਹੈਗਾ, ਬਹੁਤ ਵਧੀਆ ਇਤਿਹਾਸ ਹੈ ਧਨਵੰਤਰੀ ਦਾ। ਵੇਦਾਂ ਦੇ ਵਿੱਚ ਵੀ ਇਹ ਬੰਦੇ ਨੇ ਬਹੁਤ ਜ਼ਿਆਦਾ ਮਤਲਬ ਆਪਾਂ ਨੂੰ ਜਿਹੜੇ ਆਯੁਰਵੇਦਿਕ ਜਿਹੜੀ ਵੀ ਚੀਜ਼ਾਂ ਦਿੱਤੀਆਂ ਉਹ ਸਾਰੀਆਂ ਧਨਵੰਤਰੀ ਨੇ ਦਿੱਤੀਆਂ। ਇਹਨੂੰ ਗੋਡ ਆਫ ਮੈਡੀਸਨ ਕਿਹਾ ਜਾਂਦਾ ਸੀ, ਠੀਕ ਹੈ ਜੀ। ਇਹ ਅਵਾਰਡ ਵੀ ਚਲਾਇਆ ਹੋਇਆ, ਧਨਵੰਤਰੀ ਅਵਾਰਡ ਵੀ ਦਿੱਤਾ ਜਾਂਦਾ ਹੈਗਾ। 1985 ਦੇ ਵਿੱਚ ਸਭ ਤੋਂ ਪਹਿਲਾਂ ਧਨਵੰਤਰੀ ਅਵਾਰਡ ਦਿੱਤਾ ਗਿਆ ਸੀ 1985 ਦੇ ਵਿੱਚ, ਠੀਕ ਹੈ ਜੀ। ਇਹ ਪਹਿਲਾਂ ਨਹੀਂ ਦਿੰਦੇ ਹੁੰਦੇ ਸੀ, ਬਾਅਦ ਵਿੱਚ ਧਨਵੰਤਰੀ ਅਵਾਰਡ ਵੀ ਚਲਾਤਾ ਸੀ। ਓਕੇ, ਇਹ ਗੋਡ ਆਫ ਮੈਡੀਸਨ ਹੈ ਜੀ। ਮਤਲਬ ਜਿਹੜੇ ਜਦੋਂ ਜੰਗਲਾਂ ਦੇ ਵਿੱਚ ਲੋਕ ਰਹਿੰਦੇ ਸੀ ਉਦੋਂ ਮਹਾਂਮਾਰੀਆਂ ਨਾ ਸਮੇਂ ਸਮੇਂ 'ਤੇ ਆਉਂਦੀਆਂ ਰਹਿੰਦੀਆਂ ਸੀ। ਮਹਾਂਮਾਰੀ ਕੋਈ ਨਾ ਕੋਈ ਬਿਮਾਰੀ ਚੱਲ ਹੀ ਪੈਂਦੀ ਸੀ, ਜਿਵੇਂ ਤੁਹਾਨੂੰ ਆਪਣੇ ਪਤਾ ਕਿ ਕਰੋਨਾ ਚੱਲਿਆ ਸੀ। ਹੁਣ ਅੱਜ ਦੇ ਸਮੇਂ ਦੇ ਵਿੱਚ ਮੱਝਾਂ ਗਾਵਾਂ ਮਰ ਰਹੀਆਂ ਹੈਗੀਆਂ, ਤਾਂ ਉਹ ਸਮੇਂ ਦੇ ਵਿੱਚ ਵੀ ਮਹਾਂਮਾਰੀਆਂ ਸ਼ੁਰੂ ਤੋਂ ਚੱਲਦੀਆਂ ਹੈਗੀਆਂ। ਤਾਂ ਉਹ ਸਮੇਂ ਦੇ ਵਿੱਚ ਜਿਹੜਾ ਇਹ ਸੀ ਆਪਣਾ ਧਨਵੰਤਰੀ ਸੀ, ਇਹਨੇ ਆਪਦੀਆਂ ਜਿੰਨੀਆਂ ਵੀ ਮਤਲਬ ਭੇਦ ਬਣਾਏ ਸੀ, ਜਿੰਨਾ ਵੀ ਉਹਨਾਂ ਵਿੱਚ ਸਾਰਿਆਂ ਨੇ ਮੈਡੀਸਨ ਦੀ ਕੱਲੀ ਗੱਲ ਧਨਵੰਤਰੀ ਨੇ ਉਹਦੇ ਵਿੱਚ ਨੋਟ ਕਰਕੇ ਲਿਖਤੀ ਸੀ ਕਿ ਐਂ ਹੋਣਾ, ਜੇ ਕਿਸੇ ਆਹ ਜੜੀ ਬੂਟੀ ਲਾਉਣੀ, ਆਹ ਜੜੀ ਬੂਟੀ ਲਾਉਣੀ ਹੈ। ਤਾਂ ਉਹ ਸਮੇਂ ਦੇ ਵਿੱਚ ਇਹਨੇ ਬਹੁਤ ਲੋਕਾਂ ਦੀ ਜਾਨ ਬਚਾਈ ਸੀ। ਪਰ ਬਾਅਦ ਵਿੱਚ ਸਮੇਂ ਦੇ ਨਾਲ ਇਹਦੀ ਕੁਝ ਚੀਜ਼ਾਂ ਨਾਲ ਨਸ਼ਟ ਹੋ ਗਈਆਂ ਅਤੇ ਕੁਝ ਆਪਾਂ ਨੂੰ ਮਿਲ ਗਈਆਂ, ਠੀਕ ਹੈ ਜੀ। ਅਤੇ ਜਿਹਦੇ ਕਰਕੇ ਅੱਜ ਆਪਾਂ ਜਿਹੜੇ ਆਯੁਰਵੇਦਿਕ ਦਵਾਈਆਂ ਵਰਤਦੇ ਉਹ ਸਾਰੇ ਆਪਾਂ ਨੂੰ ਧਨਵੰਤਰੀ ਦੇਣ ਹੈਗੀ, ਜਿਹਨੂੰ ਕਿ ਗੋਡ ਆਫ ਮੈਡੀਸਨ ਕਿਹਾ ਜਾਂਦਾ। ਇੱਕ ਹੁਣ ਹੌਲੀਵੁੱਡ ਇੱਕ ਨਾ ਸਾਊਥ ਵਾਲਿਆਂ ਦੀ ਫਿਲਮ ਆਈ ਸੀ ਰਾਜੇ, ਇੱਕ ਜਿਵੇਂ ਕੱਲ੍ਹ ਨੂੰ ਫਿਲਮ ਮਿਲ ਗਈ ਨਾ, ਮੈਨੂੰ ਤੁਹਾਨੂੰ ਫਿਲਮ ਦੇ ਆ ਵੀਡੀਓ ਥੱਲੇ ਲਿੰਕ ਦੇਊਂਗਾ ਫਿਲਮ ਦਾ। ਫਿਲਮ ਵੈਸੇ ਆਮ ਨੋਰਮਲ ਫਿਲਮ ਹੀ ਹੈ, ਉਹ ਜੇ ਧਨਵੰਤਰੀ ਬਾਰੇ ਵਧੀਆ ਦੱਸਿਆ ਹੋਇਆ ਡਿਟੇਲ ਦੇ ਵਿੱਚ ਥੋੜ੍ਹਾ ਜਿਹਾ। ਤਾਂ ਫਿਲਮ ਤੁਹਾਨੂੰ ਮੈਂ ਦੱਸੂਗਾ, ਸਾਊਥ ਦਾ ਐਕਟਰ ਹਾਂ ਬਜਰੰਗੀ 2 ਆ ਸ਼ਾਇਦ ਫਿਲਮ ਦਾ ਨਾਮ। ਉਹ 'ਚ ਧਨਵੰਤਰੀ ਬਾਰੇ ਡਿਟੇਲ ਦੇ ਵਿੱਚ ਦੱਸਿਆ ਹੋਇਆ ਹੈਗਾ, YouTube 'ਤੇ ਪਈ ਹੈ ਵੀਡੀਓ, ਦੇਖਣਾ ਚਾਹੁੰਦੇ ਹੋ ਤੁਸੀਂ, ਠੀਕ ਹੈ। ਤਾਂ ਇਹੋ ਜਿਹੀਆਂ ਫਿਲਮਾਂ ਦੇਖ ਲਿਆ ਕਰੋ, ਠੀਕ ਹੈ। ਆਸ਼ਕੀ ਉਸ਼ਕੀ ਵਾਲੇ ਘਟਾ ਦਿਓ ਥੋੜ੍ਹੀਆਂ ਜਿਹੀਆਂ, ਜਿਸ ਕੋਈ ਮਾੜਾ ਮੋਟਾ ਆਪਾਂ ਨੂੰ ਫਾਇਦਾ ਹੋਵੇ। ਧਨਵੰਤਰੀ ਬਾਰੇ ਤੁਹਾਨੂੰ ਦੱਸਤਾ ਕਿ ਗੋਡ ਆਫ ਮੈਡੀਸਨ ਕਿਹਾ ਜਾਂਦਾ। ਪ੍ਰਸ਼ਨ ਇੱਕ ਪੇਪਰ 'ਚ ਹੋਰ ਆਇਆ ਸੀ ਕਿ ਇਹ ਧਨਵੰਤਰੀ ਹੈ ਜਿਹਨੂੰ ਗੋਡ ਆਫ ਮੈਡੀਸਨ ਵੀ ਕਿਹਾ ਜਾਂਦਾ, ਇਹ ਕਿਹੜੀ ਮਤਲਬ ਦਵਾਈਆਂ ਨਾਲ ਸੰਬੰਧਿਤ ਆ। ਥੱਲੇ ਕਾਫੀ ਲਿਖਿਆ ਹੋਇਆ ਸੀ, ਉੱਥੇ ਆਯੁਰਵੇਦਿਕ ਵੀ ਆਪਸ਼ਨ ਦੇ ਵਿੱਚ ਪਿਆ ਸੀ, ਤਾਂ ਆਯੁਰਵੇਦਿਕ ਹੀ ਆਪਣਾ ਆਨਸਰ ਆ ਜਾਣਾ ਗਾ, ਠੀਕ ਹੈ ਜੀ। ਤਾਂ ਅੱਜ ਦੇ ਨਾਲ ਆਪਣਾ ਇਹ ਲੈਕਚਰ ਹੁੰਦਾ ਖਤਮ। ਅਤੇ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ, ਠੀਕ ਹੈ ਜੀ। ਅਤੇ ਬਾਕੀ ਤੁਹਾਨੂੰ ਐਪ ਦਾ ਐਡਰੈਸ ਦਿੱਤਾ, ਮੋਬਾਈਲ ਨੰਬਰ ਦਿੱਤਾ, ਜੇ ਕਿਸੇ ਬੱਚੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਕਰ ਸਕਦੇ ਹੋ। ਪਰ ਇੱਕ ਗੱਲ ਤੁਹਾਨੂੰ ਦੱਸਦਾ ਕਿ ਇਹ ਲੈਕਚਰ ਕਿਸੇ ਵੀ ਬੱਚੇ ਨੇ ਮਿਸ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਮੈਨੂੰ ਪਤਾ ਹੈ ਵਿੱਚ ਕਹਿੰਦੇ ਨੇ ਔਖਾ ਹੈ ਜੀ, ਔਖਾ। ਜੇ ਤੁਸੀਂ ਔਖਾ ਪੜ੍ਹੋਗੇ, ਦੇਖੋ ਚਲੋ ਮੈਂ ਤੁਹਾਨੂੰ ਦੱਸਦਾ, ਐਕਸਰਸਾਈਜ਼ਾਂ ਦੀ ਲਾ ਲਓ, ਐਕਸਰਸਾਈਜ਼ਾਂ ਲਾਉਣੇ ਆਪਾਂ, ਠੀਕ ਹੈ। ਜਦੋਂ ਆਪਾਂ ਪਹਿਲੇ ਨਾ ਪੁੱਛ ਅਪ ਲਾਉਣੇ ਆ, ਡੰਡ ਲਾਉਣੇ ਆਪਾਂ, ਹੈ ਨਾ। ਪਹਿਲੇ ਨਾ ਆਪਾਂ ਨੂੰ 7 ਵੀ ਨਹੀਂ ਲੱਗਦੇ ਨਾ, 5 ਵੀ ਨਹੀਂ ਲੱਗਦੇ, 4 ਵੀ ਨਹੀਂ ਲੱਗਦੇ ਕਈ ਵਾਰੀ ਆਪਾਂ ਤੋਂ। ਪਰ ਜਿਵੇਂ ਆਪਾਂ ਪ੍ਰੈਕਟਿਸ ਕਰਦੇ ਜਾਂਦੇ, ਜਿਵੇਂ ਪਹਿਲੇ ਨਾ 5 ਲਾ ਲਏ, ਠੀਕ ਹੈ, 2 ਦਿਨਾਂ ਬਾਅਦ 6 ਲਾ ਲਏ, ਫਿਰ 8, ਫਿਰ 10, ਐਂ ਆਪਾਂ ਵੱਧਦੇ ਜਾਂਦੇ ਹਾਂ। ਜਦੋਂ ਆਪਾਂ 20 'ਤੇ ਪਹੁੰਚ ਗਏ, ਠੀਕ ਹੈ ਜੀ, 20 ਜਾਂ 25 'ਤੇ ਪਹੁੰਚ ਗਏ, 30 'ਤੇ ਪਹੁੰਚ ਗਏ ਮੰਨ ਲਓ। ਬਾਅਦ ਵਿੱਚ ਤੁਹਾਨੂੰ ਕੋਈ ਬੰਦਾ ਆ ਕੇ ਕਹੇ ਯਾਰ 5 ਪੁੱਛ ਅਪ ਲਾਈ, ਤੂੰ 2 ਮਿੰਟਾਂ ਸਕਿੰਟਾਂ 'ਚ ਲਾ ਦੋਗੇ ਤੁਸੀਂ। ਤਾਂ ਉਹ ਕਿਉਂ ਲਾ ਦੋਗੇ ਬਾਈ ਸਾਹਿਬ ਤੁਸੀਂ? ਉਹ ਤਾਂ ਲਾ ਦੋਗੇ ਕਿਉਂਕਿ ਤੁਸੀਂ ਪ੍ਰੈਕਟਿਸ ਇੰਨੀ ਹਾਈ ਲੈਵਲ ਦੀ ਕਰੀ ਬੈਠੇ ਕਿ ਤੁਹਾਨੂੰ ਛੋਟੀਆਂ ਮੋਟੀਆਂ ਚੀਜ਼ਾਂ ਤੋਂ ਤੁਸੀਂ ਗੋਲਦੀ ਨਹੀਂ ਹੈਗੀ, ਛੋਟੀਆਂ ਮੋਟੀਆਂ ਚੀਜ਼ਾਂ ਤੋਂ ਖਿੱਚ ਕੇ ਲੈ ਜਾਓਗੇ। ਤਾਂ ਕਰਕੇ ਮੇਰਾ ਥੋੜ੍ਹਾ ਜਿਹਾ ਮੈਂ ਤੁਹਾਨੂੰ ਅਪ ਤਾਂ ਕਰਵਾ ਰਿਹਾ ਹੈਗਾ, ਥੋੜ੍ਹਾ ਜਿਹਾ ਮੈਂ ਲੈਵਲ ਹਾਈ ਤਾਂ ਕਰਵਾ ਰਿਹਾ ਕਿ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਤਾਂ ਇਹਨਾਂ ਤੋਂ ਤੁਸੀਂ ਬਿਨਾਂ ਦੇਖੇ ਤਾਂ ਆਨਸਰ ਟੈਕ ਕਰਕੇ ਆਉਂਗੇ। ਇਹਦਾ ਆਨਸਰ ਦਾ ਜਿਹੜਾ ਆਹੀ ਬਣਦਾ ਗਾ, ਇਹਦਾ ਆਨਸਰ ਤਾਂ ਆਹੀ ਹੋਊਗਾ, ਠੀਕ ਹੈ। ਤਾਂ ਕਰਕੇ ਕਹਿੰਦਾ ਕਿ ਥੋੜ੍ਹਾ ਹਾਈ ਲੈਵਲ ਕਰੋ, ਤਾਂ ਥੋੜ੍ਹੀਆਂ ਮੋਟੀਆਂ ਚੀਜ਼ਾਂ ਤੁਸੀਂ ਗੋਲਣ ਨਹੀਂ ਹੈਗੀਆਂ, ਤੁਸੀਂ ਉਹਨੂੰ ਡਾਦਿਆ ਕਰੋਗੇ, ਠੀਕ ਹੈ। ਤਾਂ ਇਹੀ ਗੱਲਾਂ ਦੱਸਣੀਆਂ ਸੀ ਰਾਜੇ। ਤਾਂ ਕਰਕੇ ਪ੍ਰੈਕਟਿਸ ਕਰਦੇ ਰਿਹਾ ਕਰੋ, ਪ੍ਰੈਕਟਿਸ ਤੋਂ ਕਦੇ ਭੱਜੋ ਨਾ। ਜੇ ਆਪਾਂ ਜਿਹੜੀ ਚੀਜ਼ ਤੋਂ ਤੁਹਾਨੂੰ ਔਖੀ ਲੱਗਦੀ ਹੈ ਉਹ ਚੀਜ਼ ਤੋਂ ਮੈਂ ਤੁਹਾਨੂੰ ਕਹਿੰਦਾ ਕਿ ਕਦੇ ਵੀ ਨਾ ਭੱਜੋ। ਜੇ ਆਪਾਂ ਉਹ ਚੀਜ਼ ਤੋਂ ਭੱਜਾਂਗੇ ਉਹ ਆਪਾਂ ਨੂੰ ਉਨੀ ਚੀਜ਼ ਵੱਧ ਭਜਾਊਗੀ। ਹੁਣ ਮੈਥ ਸੀ, ਮੈਥ ਦੇ ਵਿੱਚ ਬੱਚੇ ਨੂੰ ਇਹਨੇ ਫੋਨ ਕਰਿਆ ਕਰਨਾ, ਮੈਥ ਆਉਂਦਾ ਨਹੀਂ ਜੀ, ਮੈਥ ਤਾਂ ਫਲਾਣਾ ਨਹੀਂ ਹੁੰਦਾ। ਜਦੋਂ ਹੁਣ ਮੈਥ ਕਰਵਾਤਾ, ਹੁਣ ਕਹਿੰਦੇ ਸਾਨੂੰ ਮੈਥ ਦੇ ਵਿੱਚ ਇੰਟਰਸਟ ਬਹੁਤ ਪੈ ਗਿਆ, ਹੁਣ ਸਾਨੂੰ ਦੂਜੀਆਂ ਚੀਜ਼ਾਂ ਔਖੀਆਂ ਲੱਗਦੀਆਂ। ਤਾਂ ਔਖਾ ਸੌਖਾ ਕੁਛ ਨਹੀਂ ਹੁੰਦਾ, ਠੀਕ ਹੈ। ਬਸ ਥੋੜ੍ਹਾ ਜਿਹਾ ਆਪਣਾ ਮਾਈਂਡ ਹੁੰਦਾ ਗਾ, ਜਿਹੜਾ ਆਪਣਾ ਕਿਸੇ ਚੀਜ਼ ਨੂੰ ਕਰਨ ਦਾ ਮੂਡ ਨਾ ਹੋਵੇ ਨਾ, ਕਿ ਮਤਲਬ ਆਹ ਚੀਜ਼ ਆਪਾਂ ਕਰਨੀ ਨਹੀਂ ਹੈਗੀ, ਉਹ ਤਾਂ ਆਪਾਂ 100 ਬਹਾਨੇ ਬਣਾਉਣੇ ਆ। ਆਪਾਂ ਨੂੰ ਘਰੇ ਕਹਿ ਦੇਣ, ਜਿਹਦਾ ਆਪਾਂ ਨੂੰ ਕਹਿ ਦੇਣ ਕਿ ਆਟੇ ਦਾ ਗੱਟਾ ਚੱਕ ਕੇ ਲਿਆਉਣਾ ਚੱਕੀ ਤੋਂ, ਜਾਂ ਮਾੜਾ ਖੇਤ ਜਾ ਕੇ ਕੱਖ ਵੱਢ ਕੇ ਲਿਆਉਣੇ, ਉਹ ਤਾਂ ਆਪਣੇ ਵਰਗਾ 100 ਨਖਰੇ ਕਰਦਾ। ਮੈਂ ਪੜ੍ਹਨਾ ਸੀ, ਮੈਨੂੰ ਕੰਮ ਹੋ ਗਿਆ, ਐਂ ਹੋ ਗਿਆ। ਜੇ ਕੋਈ ਆਪਣੇ ਨਾਲ ਦਾ ਕਹਿੰਦੀ ਯਾਰ ਅੱਜ ਮੰਡੀ ਆਪਾਂ ਗੇੜੀ ਛੇੜੀ ਲਾਈਏ ਮੰਡੀ 'ਚ, ਅੱਜ ਰਸ਼ ਜਿਹਾ ਹੋਊਗਾ, ਅੱਜ ਐਤਵਾਰ ਹੈ, ਠੀਕ ਹੈ, ਚੱਲੀਏ ਫਿਰ ਰਸ਼ ਗੇੜਾ ਗੂੜਾ ਲਾਉਣ ਆਊਟਲੈਟ 'ਚ ਚੱਲਦੇ ਹਾਂ, ਰਾਮਪੁਰੇ ਚੱਲਦੇ ਹਾਂ, ਨਿਊ ਮਾਰਕੀਟ 'ਚ ਗੇੜਾ ਗੂੜਾ ਦੇਣ। ਉਦੋਂ ਮੇਰੇ ਵਰਗਾ ਸ਼ਿਕਾਰੀ ਕੁੱਤੇ ਵਾਂਗੂ ਕੰਨ ਚੱਕ ਲੈਂਦਾ ਹੁੰਦਾ ਕਿ ਹਾਂ ਚੱਲ ਗਏ। ਉਦੋਂ ਟਾਈਮ ਟੂਮ ਕਿੱਧਰ ਜਾਂਦਾ,
ਠੀਕ ਹੈ। ਇਹ ਥੋੜ੍ਹਾ ਜਿਹਾ ਆਪਣਾ ਮਨ ਹੀ ਉਸ ਹਿਸਾਬ 'ਤੇ ਆਪਾਂ ਸੈੱਟ ਕਰੀ ਬੈਠੇ ਹਾਂ ਕਿ ਬਸ ਜਿਹੜੀ ਚੀਜ਼ ਆਪਾਂ ਕਰਨੀ ਨਹੀਂ ਆਪਾਂ ਪਹਿਲੀ ਨੈਗੇਟਿਵ ਥੋਟ ਲੈ ਕੇ ਆ ਜਾਂਦੇ ਕਿ ਬਸ ਆਹ ਤਾਂ ਆਪਾਂ ਕਰਨੀ ਨਹੀਂ, ਬਸ ਯਾਰ ਇਹ ਨਾਲ ਨਹੀਂ ਆਪਾਂ ਪੰਗਾ ਲੈਣਾ, ਇਹ ਤਾਂ ਔਖੀ ਹੈ। ਠੀਕ ਹੈ, ਔਖਾ ਕੁਛ ਨਹੀਂ ਹੁੰਦਾ, ਔਖਾ ਸ਼ਬਦ ਜਿਹੜਾ ਬਣਾਇਆ ਉਹ ਆਪਾਂ ਹੀ ਬਣਾਇਆ ਗਾ। ਇੱਕ ਨਾ ਮੈਂ ਮਿਲਖਾ ਸਿੰਘ ਦੀ ਇੰਟਰਵਿਊ ਦੇਖੀ ਸੀ। ਮਿਲਖਾ ਸਿੰਘ ਕਹਿੰਦਾ ਮੈਂ ਨਾ ਦਿਨ ਦੇ ਵਿੱਚ 6 ਘੰਟੇ ਭੱਜਦਾ ਸੀ, ਦਿਨ ਦੇ ਵਿੱਚ ਤਿਆਰੀ ਲਾਉਂਦਾ ਸੀ ਜਦੋਂ 6 ਘੰਟੇ ਭੱਜਦਾ ਸੀ। ਕਹਿੰਦਾ ਮੇਰੇ ਮੂੰਹ ਦੇ ਵਿੱਚੋਂ ਵੀ ਖੂਨ ਆਉਣ ਲੱਗ ਜਾਂਦਾ ਸੀ, ਮੈਨੂੰ ਉਲਟੀਆਂ ਲੱਗ ਜਾਂਦੀਆਂ ਸੀ, ਮੇਰਾ ਬੁਰਾ ਹਾਲ ਹੋ ਜਾਂਦਾ। ਕਹਿੰਦਾ ਮੈਂ ਡਿੱਗ ਪੈਂਦਾ ਸੀ। ਕਹਿੰਦਾ 2 ਤੋਂ 4 ਵਾਰੀ ਦਾ ਕਹਿੰਦਾ ਮੈਂ ਡੈਥ ਬੈੱਡ 'ਤੇ ਵੀ ਰਿਹਾਂਗਾ। ਡੈਥ ਬੈੱਡ ਦਾ ਮਤਲਬ ਸਮਝਦੇ ਹੋ ਤੁਸੀਂ ਕਿ ਜਿੱਥੇ ਬੰਦੇ ਨੂੰ ਆਏ ਪਾਇਆ ਜਾਂਦਾ ਕਿ ਇਹ ਬੰਦਾ ਬਈ ਹੁਣ ਮਰੂਗਾ, ਮਰਨ ਦੇ ਚਾਂਸ ਨੇੜੇ ਆ ਇਹਦੇ, ਉਹ ਬੈੱਡ 'ਤੇ ਵੀ ਰਿਹਾ ਮਿਲਖਾ ਸਿੰਘ 3-4 ਵਾਰੀ। ਠੀਕ ਹੈ, ਪਰ ਉਹ ਕਹਿੰਦਾ ਮੈਂ ਹਿੰਮਤ ਨਹੀਂ ਛੱਡੀ। ਕਹਿੰਦਾ ਇੱਕ ਵਾਰੀ ਕੀ ਹੋਇਆ, ਕਹਿੰਦਾ ਮੈਂ ਰਨਿੰਗ ਲਾਈ ਜਾਵਾਂ ਅਤੇ ਭਾਈ ਮੈਂ ਡਿੱਗ ਪਿਆ। ਕਹਿੰਦਾ ਮੇਰੇ ਮੂੰਹ 'ਚੋਂ ਖੂਨ ਨਿਕਲੇ, ਉਲਟੀ ਲੱਗ, ਬੁਰਾ ਹਾਲ ਹੋ ਜਾਂਦਾ। ਮੈਂ ਵੀ ਜਦੋਂ ਰਨਿੰਗ ਲਾਉਂਦੇ ਨਾ ਆਪਾਂ, ਕਈ ਵਾਰੀ ਹਾਰਡ ਰਨਿੰਗ ਲੱਗ ਜੇ ਨਾ, ਮਤਲਬ ਬੱਤ ਆਉਣ ਲੱਗ ਜਾਂਦੇ, ਉਲਟੀ ਵਾਂਗੂ ਹੋਣ ਲੱਗ ਜਾਂਦਾ, ਬਲੱਡ ਪ੍ਰੈਸ਼ਰ ਵੱਧ ਜਾਂਦਾ। ਜਿਹੜੇ ਥੋੜ੍ਹੇ ਜਿਹੇ ਰਨਿੰਗ ਲਾਉਂਦੇ ਹੋਣਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਗਾ, ਜਾਂ ਜਿਹਨੇ ਭਰਤੀ ਦੇਖੀ ਹੋਊਗੀ ਉਹ ਆਪਾਂ ਨੂੰ ਪਤਾ ਹੋਣਾ ਮਿਹਨਤ ਲਾਉਣ ਦਾ। ਚਲੋ ਉਹ ਤਾਂ ਆਪਾਂ ਫਿਰ ਵੀ ਨੋਰਮਲ ਚੀਜ਼ ਦੇ ਵਿੱਚ ਭੱਜਣਾ ਹੁੰਦਾ। ਤਾਂ ਕਹਿੰਦਾ ਮੈਂ ਕਹਿੰਦਾ ਮੈਂ ਡਿੱਗ ਪਿਆ ਅਤੇ ਮੇਰੇ ਕੋਲ ਮੇਰਾ ਕੋਚ ਆ ਗਿਆ, ਮੈਨੂੰ ਕਹਿੰਦਾ ਮਿਲਖਾ ਉੱਠ। ਕਹਿੰਦਾ ਮੈਂ ਕਿਹਾ ਜੀ ਮੈਂ ਕਿੱਥੋਂ ਉੱਠ ਖੜੂੰਗਾ, ਮੇਰੇ ਮੂੰਹ 'ਚੋਂ ਖੂਨ ਨਿਕਲੀ ਜਾਂਦਾ, ਮੈਨੂੰ ਉਲਟੀਆਂ ਲੱਗੀਆਂ। ਮੈਂ ਕਿਹਾ ਮੇਰੇ 'ਚ ਤਾਂ ਖੜ੍ਹਾ ਹੋਣ ਦੀ ਹਿੰਮਤ ਨਹੀਂ। ਕਹਿੰਦਾ ਮੈਂ ਤਾਂ ਜੀ ਮੈਂ ਮਰ ਜਾਊਂਗਾ। ਮਿਲਖਾ ਕਹਿੰਦਾ ਮੈਂ ਕਿਹਾ, ਮੈਂ ਤਾਂ ਮਰ ਜਾਊਂ। ਕਹਿੰਦਾ ਭਾਵੇਂ ਮਰ ਜਾ, ਠੀਕ ਹੈ, ਭਾਵੇਂ ਮਰ ਜਾ, ਪਰ ਇੱਕ ਗੇੜਾ ਤੈਨੂੰ ਲਾਉਣੀ ਪਊਗਾ। ਕਹਿੰਦਾ ਜੇ ਵਰਲਡ ਚੈਂਪੀਅਨ ਬਣਨਾ। ਕਹਿੰਦਾ ਉਹ ਗੱਲ ਨੇ ਮੈਨੂੰ ਕਹਿੰਦਾ ਅੱਜ ਵਰਲਡ ਚੈਂਪੀਅਨ ਬਣਾ ਤਾ। ਠੀਕ ਹੈ, ਉਹ ਚੀਜ਼ ਨੇ ਆਪਾਂ ਵਰਲਡ ਚੈਂਪੀਅਨ ਬਣਾ ਤਾ। ਜਿੱਤੀ ਜਿਹੜੀ ਚੀਜ਼ 'ਤੇ ਆਪਾਂ ਜਾ ਕੇ ਰੁਕ ਗਏ ਨਾ ਇੱਕ ਵਾਰੀ, ਠੀਕ ਹੈ, ਜਿਹੜੀ ਚੀਜ਼ 'ਤੇ ਜਾ ਕੇ ਮੰਨ ਲਓ ਤੁਸੀਂ ਕਿਸੇ ਚੀਜ਼ 'ਤੇ ਤੁਸੀਂ ਪੜ੍ਹਾਈ ਕਰੀ ਜਾਂਦੇ, ਤੁਸੀਂ ਤੁਹਾਨੂੰ ਐਗਜ਼ਾਮਪਲ ਦਿੰਦਾ, ਰਨਿੰਗ ਦੀ ਐਗਜ਼ਾਮਪਲ ਦਿੰਦਾ, ਰਨਿੰਗ ਦੀ ਲਾ ਲਓ। ਚਲੋ ਜਿੱਥੇ ਜਾ ਕੇ ਆਪਾਂ ਰੁਕ ਗਏ ਉੱਥੇ ਨਾਲ ਦੇ ਦਾ ਵੀ ਦਮ ਚੜੂਗਾ, ਉੱਥੇ ਜਿਹੜੇ ਹੋਰ ਸਾਡੇ ਨਾਲ ਭੱਜਣਗੇ ਉਹਨਾਂ ਦੇ ਵੀ ਦਮ ਚੜੂ, ਜਿੱਥੇ ਤੁਹਾਡਾ ਦਮ ਚੜ੍ਹ ਗਿਆ, ਕਿਉਂਕਿ ਆਪਾਂ ਸਾਰੇ ਇੱਕੋ ਜਿਹੇ ਹਾਂ। ਪਰ ਜਦੋਂ ਤੁਸੀਂ ਸੋਚ ਲਿਆ ਕਿ ਜਿਹੜੇ ਇਹ ਤਾਂ ਪਿੱਛੇ ਰਹਿ ਗਏ, ਮੈਂ ਇਹਨਾਂ ਤੋਂ ਅੱਗੇ ਲੰਘਣਾ, ਭਾਵੇਂ ਤੁਹਾਨੂੰ ਐਂ ਲੱਗੇ ਯਾਰ ਮੇਰਾ ਤੰਤ ਹੈ ਨਹੀਂ, ਮੇਰਾ ਖਤਮ ਹੈ, ਤੋਂ ਬਾਅਦ ਫਿਰ ਵੀ ਤੁਸੀਂ ਜਿਹੜੀ ਰੇਸ ਲਾਤੀ ਤਾਂ ਉਹ ਰੇਸ ਨੇ ਤੁਹਾਡੀ ਪਹਿਚਾਣ ਬਣਾਉਣੀ ਆ। ਤਾਂ ਉਹੀ ਸੇਮ ਟੂ ਸੇਮ ਕੰਮ ਹੈਗਾ ਸਟੱਡੀ ਦੇ ਵਿੱਚ। ਜਿੱਥੇ ਜਾ ਕੇ ਦੂਸਰੇ ਖੜ੍ਹ ਜਾਣਗੇ, ਆਹ ਚੀਜ਼ ਔਖੀ ਆ ਗਈ ਨਾ, 100 ਦੇ ਵਿੱਚੋਂ 70 ਅਸੀਂ ਵਾਪਸ ਆ ਜਾਣਗੇ। ਜਿਹੜੇ 10-15 ਅੱਗੇ ਜਾਣਗੇ ਨਾ ਕਿ ਕੁਛ ਨਹੀਂ ਹੁੰਦਾ, ਜਿਹੜਾ ਔਖਾ ਸੌਖਾ ਕੁਛ ਨਹੀਂ ਹੁੰਦਾ, ਤਾਂ ਉਹੀ ਤਰੱਕੀ ਕਰਨਗੇ ਹਮੇਸ਼ਾ। ਇਹ ਚੀਜ਼ਾਂ ਨਾ ਮੈਂ ਲਾਈਫ ਦੇ ਵਿੱਚ ਆਪਦੇ ਆਪ ਫੇਸ ਕੀਤੀਆਂ ਹੋਈਆਂ ਗੀਆਂ, ਆਪਦੇ ਆਪ। ਕਿਸੇ ਟਾਈਮ ਨਾ ਤੁਹਾਨੂੰ ਦੱਸਦਾ ਮੈਥ ਦੇ ਵਿੱਚੋਂ ਨਾ ਮੇਰੇ 17-18 ਨੰਬਰ ਮਸਾਂ ਆਉਂਦੇ ਹੁੰਦੇ ਸੀ 100 ਚੋਂ। ਸੱਚਾਈ ਦੱਸਣ 'ਚ ਕੋਈ ਫਰਕ ਨਹੀਂ ਹੁੰਦਾ। ਅਤੇ ਅੱਜ ਮੈਥ ਦਾ ਮੈਨੂੰ ਕੋਈ ਮਰਜ਼ੀ ਸਮ ਪਾ ਦਿਓ, 25, 30, 35, 40 ਸਕਿੰਟ ਐਂਡ ਆ ਮੇਰੇ, ਸਵਾਲ ਕੱਢ ਕੇ ਤੁਹਾਡੇ ਮੂਹਰੇ ਰੱਖ ਦੂੰਗਾ। ਠੀਕ ਹੈ, ਤਾਂ ਥੋੜ੍ਹਾ ਜਿਹਾ ਬਸ ਭੱਜੋ ਨਾ, ਜਿਹੜੀ ਚੀਜ਼ ਕਰਵਾ ਰਹੇ ਹਾਂ ਉਹਦਾ ਸਾਹਮਣਾ ਕਰਨਾ ਸਿੱਖੋ। ਠੀਕ ਹੈ, ਗਲੀ 'ਚ ਦੇਖੋ ਆਪਾਂ ਕਿਤੇ ਜਾਂਦੇ ਹੁੰਦੇ, ਆਪਣੇ ਮੈਨੂੰ ਕੁੱਤਾ ਪੈ ਜਾਂਦਾ ਹੈ ਨਾ, ਜਦੋਂ ਆਪਾਂ ਕੁੱਤੇ ਨੂੰ ਲੈ ਕੇ ਮੋਟਰਸਾਈਕਲ ਭਜਾ ਲਿਆ, ਕੁੱਤੇ ਦਾ ਹੌਸਲਾ ਵੱਧ ਜਾਂਦਾ, ਹੋਰ ਆਪਣੇ ਮਗਰ ਭੱਜਦਾ ਗਾ। ਠੀਕ ਹੈ, ਜਦੋਂ ਆਪਾਂ ਮੋਟਰਸਾਈਕਲ ਰੋਕ ਲਿਆ ਉਹ ਨਾਲ ਜਿਹੜਾ ਖੜ੍ਹ ਜੂਗਾ। ਠੀਕ ਹੈ, ਤਾਂ ਇਹੀ ਚੀਜ਼ ਹੈ ਲਾਈਫ ਹੈ ਨਾ ਜਿਹੜੀ, ਇਹ ਲੜਦੇ ਰਹਿਣ ਦੀ ਹੈ। ਜਾਂ ਦੋ ਚੀਜ਼ਾਂ, ਜਾਂ ਤਾਂ ਲਾਈਫ ਨਾਲ ਲੜ ਲਓ, ਠੀਕ ਹੈ, ਅਤੇ ਜਾਂ ਚੁੱਪ ਕਰਕੇ ਸੰਨਿਆਸ ਲੈ ਕੇ ਜੰਗਲਾਂ 'ਚ ਵਗ ਜਾਓ। ਹੁਣ ਬੁੱਧ ਧਰਮ ਸੀ, ਬੁੱਧ ਧਰਮ ਨੇ ਜੋ ਦੇਖਿਆ ਕਿ ਨਾ ਇਹ ਦੁਨੀਆ ਦੇ ਵਿੱਚ ਕੁਛ ਹੈ ਨਹੀਂ, ਕਿ ਨਾ ਦੁਨੀਆ ਦੇ ਵਿੱਚ ਦੁੱਖ ਦਰਦ ਹੀ ਹੈ ਇਕੱਲੇ। ਠੀਕ ਹੈ, ਇੱਕ ਘੋੜੇ ਨੂੰ ਮਰੇ ਬਰੂਲੀ ਜਾਂਦੀ, ਕਿ ਸਾਰੀ ਉਮਰ ਇਹਨੇ ਮਾਲਕ ਦਾ ਭਾਰ ਢੋਇਆ, ਅੱਜ ਇਹਨੂੰ ਮਾਰ ਕੇ ਅੱਜ ਮਰ ਕੇ ਸਿੱਟਿਆ ਏ। ਇੱਕ ਬੰਦਾ ਅਰਥੀ 'ਤੇ ਜਾਂਦਾ ਸੀ, ਇੱਕ ਪਹੀਆ ਘੁਰਦਾ ਚੱਕ ਉਹ ਚੱਲਦਾ ਦੇਖ ਲਿਆ ਉਹਨੇ ਜੱਕੇ ਦਾ, ਕਿ ਇਹਦਾ ਸੰਸਾਰ ਆ ਜਿਹੜਾ ਚੱਲਦੀ ਰਹਿਣਾ ਗਾ। ਠੀਕ ਹੈ, ਇੱਕ ਉਹਨੇ ਬਜ਼ੁਰਗ ਬੁੜਾ ਦੇਖ ਲਿਆ, ਅਤੇ 4-5 ਚੀਜ਼ਾਂ ਨੂੰ ਜੀਵਨ ਇੰਨਾ ਪ੍ਰਭਾਵ ਪਾਤਾ ਹੋਗਾ, ਇਹ ਸੰਸਾਰ ਦੁੱਖਾਂ ਦਾ ਘਰ ਹੈਗਾ, ਮੈਂ ਤਾਂ ਦੁੱਖਾਂ ਦਾ ਮੁਕਾਬਲਾ ਕਰ ਨਹੀਂ ਸਕਦਾ, ਮੈਂ ਤਾਂ ਸੰਨਿਆਸ ਲੈ ਕੇ ਜੰਗਲਾਂ ਦੇ ਵਿੱਚ ਜਾ ਕੇ ਬਹਿ ਜਾਂਦਾ। ਠੀਕ ਹੈ, ਅਤੇ ਉੱਥੇ ਜਾ ਕੇ ਮੈਂ ਉਪਦੇਸ਼ ਦੇਊਂਗਾ ਕਿ ਮੋਹ ਮਾਇਆ ਤੋਂ ਦੂਰ ਰਹੋ, ਆਹ ਚੀਜ਼ਾਂ ਤੋਂ ਦੂਰ ਰਹੋ, ਧਮਕਾਂ ਤੋਂ ਦੂਰ ਰਹੋ, ਦੁਨੀਆਦਾਰੀ ਤੋਂ ਦੂਰ ਰਹੋ। ਠੀਕ ਹੈ, ਅਤੇ ਪਰ ਆਪਾਂ ਇਹ ਚੀਜ਼ ਦੇ ਵਿੱਚ ਹੈਗੇ, ਤਾਂ ਆਪਾਂ ਇਹ ਚੀਜ਼ ਦਾ ਮੁਕਾਬਲਾ ਕਰਨਾ। ਠੀਕ ਹੈ, ਭੱਜਣਾ ਨਹੀਂ, ਮੁਕਾਬਲਾ ਕਰਨਾ। ਓਕੇ, ਅਤੇ ਬਸ ਇਹੀ ਰਿਕੁਐਸਟ ਹੈ ਕਿ ਵਧੀਆ ਸਟੱਡੀ ਕਰੋ ਰਾਜੇ। ਠੀਕ ਹੈ, ਕਿਸੇ ਚੀਜ਼ ਤੋਂ ਭੱਜੋ ਨਾ ਕਦੇ ਵੀ। ਅਤੇ ਜੇ ਕਿਸੇ ਕੈਂਡੀਡੇਟ ਨੂੰ ਕੋਈ ਪ੍ਰੋਬਲਮ ਹੁੰਦੀ ਤਾਂ ਮੈਨੂੰ ਕਾਲ ਕਰ ਸਕਦੇ ਹੋ। ਠੀਕ ਹੈ, ਅਤੇ ਬਾਕੀ ਕਮੈਂਟਾਂ ਦੇ ਵਿੱਚ ਵੀ ਦੱਸ ਦਿਓ। ਠੀਕ ਹੈ ਜੀ, ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਧਦੇ ਰਹੋ ਭਾਈ।